ਕਾਂਚੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਬਿਸ਼ਨ ਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਔਰ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਮੇਰੇ ਸਾਥੀ ਸਮਾਜ ਵੀਕਲੀ ਦੇ ਚੀਫ ਐਡੀਟਰ ਦਵਿੰਦਰ ਚੰਦਰ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ 'ਤੇ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ। ਪਿਆਰੇ ਦਰਸ਼ਕੋ, ਅੱਜ ਅਸੀਂ ਇੱਕ ਇਤਿਹਾਸਕ ਮੁੱਦੇ ਦੀ ਗੱਲ ਕਰਾਂਗੇ ਤੁਹਾਡੇ ਨਾਲ ਔਰ ਬਹੁਤ ਘੱਟ ਲੋਕ ਇਹਨੂੰ ਇੰਨੀ ਵੱਡੀ ਅਹਿਮੀਅਤ ਦਿੰਦੇ ਆ। ਅੱਜ 2 ਸਤੰਬਰ ਤਾਰੀਖ ਹੈ ਔਰ ਅੱਜ ਦੇ ਦਿਨ ਸੁਣਨ ਵਾਲੇ ਸਾਰੇ ਜਰਾ ਖਿਆਲ ਕਰੋ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਘਟਨਾ ਜੀ ਇਸ ਦਿਨ 'ਤੇ ਘਟੀ ਸੀਗੀ ਔਰ ਉਹ ਕਿਹੜੀ ਹੋ ਸਕਦੀ ਹੈ। ਔਰ ਪਿਆਰੇ ਦਰਸ਼ਕੋ, ਇੱਕ ਹਿਸਟੋਰੀਕਲ ਇਤਿਹਾਸਕ ਦਿਨ ਹੈ ਅੱਜ ਦਾ ਦਿਨ ਜਿਹੜਾ ਹੈਗਾ ਔਰ ਇਸ ਦਿਨ ਇਹ ਜਿਹੜਾ ਦਿਨ ਸਿਰਫ ਭਾਰਤ ਲਈ ਨਹੀਂ, ਭਾਰਤ, ਪਾਕਿਸਤਾਨ ਔਰ ਬੰਗਲਾਦੇਸ਼ ਲਈ ਬਹੁਤ ਵੱਡਾ ਦਿਨ ਹੈ। ਮੈਂ ਹੀ ਤੁਹਾਨੂੰ ਦੱਸ ਦਿੰਦਾ ਕਿ ਇਸ ਦਿਨ 2 ਸਤੰਬਰ ਨੂੰ ਭਾਰਤ ਦੇ ਵਿੱਚ ਅੰਗਰੇਜ਼ਾਂ ਦੇ ਨਿਗਰਾਨੀ ਦੇ ਵਿੱਚ ਇੱਕ ਜਿਹਨੂੰ ਕਹਿੰਦੇ ਆ ਕਿ ਪ੍ਰੋਵੀਜ਼ਨਲ ਗਵਰਨਮੈਂਟ ਜਾਂ ਇੰਟਰਿਮ ਗਵਰਨਮੈਂਟ ਜਿਹੜੀ ਆਜ਼ਾਦੀ ਤੋਂ ਪਹਿਲਾਂ ਬਣੀ ਸੀਗੀ ਔਰ ਇਹ ਕਿਸ ਤਰ੍ਹਾਂ ਬਣੀ ਔਰ ਉਹਦੇ ਵਿੱਚ ਕੌਣ ਸੀਗਾ। ਅਸੀਂ ਸਿਰਫ ਇਹਦੇ 'ਤੇ ਕੋਈ ਮਤਲਬ ਅੱਧਾ ਕੁ ਪ੍ਰੋਗਰਾਮ ਜਿਹੜਾ ਸਾਡਾ ਇੱਥੇ ਲਾਵਾਂਗੇ, ਕਿਉਂ ਜੀ ਦਵਿੰਦਰ ਜੀ। ਔਰ ਦੂਸਰਾ ਜਿਹੜਾ ਹਿੱਸਾ ਹੈਗਾ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਇਹਦੇ ਨਾਲ ਦੀ ਲੱਗਦੀ ਗੱਲ ਕਰਾਂਗੇ। ਔਰ ਪਿਆਰੇ ਦਰਸ਼ਕੋ, 15 ਅਗਸਤ ਜਿਹੜਾ ਗਿਆ ਔਰ 1947 ਨੂੰ ਭਾਰਤ ਆਜ਼ਾਦ ਹੋਇਆ ਔਰ 2 ਸਤੰਬਰ ਜਿਹੜਾ ਹੈਗਾ ਉਹ 11 ਮਹੀਨੇ 13 ਦਿਨ ਪਹਿਲਾਂ ਇੱਕ ਸਰਕਾਰ ਬਣੀ ਸੀਗੀ। 1946 ਨੂੰ ਹਾਂਜੀ 1946 ਨੂੰ ਇਹ ਸਰਕਾਰ ਬਣੀ ਸੀਗੀ। ਔਰ ਇਹ ਹੈ ਕਿ ਕਿਉਂਕਿ ਜਿਹੜੀ ਸੈਕੰਡ ਵਰਲਡ ਵਾਰ ਸੀਗੀ ਹੋਈ ਉਹਦੇ ਵਿੱਚ ਭਾਰਤ ਨੇ ਇੱਕ ਅੰਗਰੇਜ਼ਾਂ ਨੇ ਭਾਰਤ ਦੇ ਨਾਲ ਅਹਿਦਨਾਮਾ ਕੀਤਾ ਸੀਗਾ ਕਿ ਆਜ਼ਾਦੀ ਖਤਮ ਹੋ ਗਈ ਤਾਂ ਲੜਾਈ ਖਤਮ ਹੋ ਗਈ ਤਾਂ ਤੁਹਾਨੂੰ ਆਜ਼ਾਦੀ ਦੇ ਦਿਆਂਗੇ। ਔਰ ਉਹ ਵਿੱਚ ਵਿਚਾਲੇ ਹੀ ਆਪਣੇ ਪੈਰ ਜਿਹੜੇ ਆ ਘੜੀਸਣ ਲੱਗ ਪਏ ਔਰ ਉਹਨਾਂ ਦੀ ਨੀਤ ਬਦਲਦੀ ਦੇਖ ਕੇ 1942 ਨੂੰ ਕੁਇਟ ਇੰਡੀਆ ਦੀ ਮੂਵਮੈਂਟ ਚੱਲੀ ਜੀ ਹੈ ਜੀ। ਔਰ ਉਹ ਜਿਹੜੀ ਮੂਵਮੈਂਟ ਇਹ ਆ ਕਿ ਜਿਸਲੇ ਭਾਰਤ ਦੇ ਵਿੱਚ ਜ਼ੋਰ ਫੜ ਗਈ, ਬੱਚਾ ਜਿਸਲੇ ਇਹ ਆ ਕਿ ਕੁਇਟ ਜਿਹੜੀ ਮੂਵਮੈਂਟ ਸੀਗੀ ਭਾਰਤ ਛੋੜ ਜਾਓ ਉਹ ਵੀ ਪਿੱਛੇ ਰਹਿ ਗਈ ਔਰ ਸਾਰੇ ਹੀ ਲੋਕ ਇੰਡੀਆ ਦੇ ਵਿੱਚ ਜਿਹੜੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਦੇ ਵਿੱਚ ਉਹਨਾਂ ਦੇ ਜ਼ਿਹਨ 'ਚ ਇਹੋ ਜਿਹਾ ਜਨੂਨ ਆਇਆ ਕਿ ਸਾਡਾ ਭਾਰਤ ਹੈ, ਅਸੀਂ ਆਜ਼ਾਦੀ ਲੈਣੀ ਹੈ, ਸਾਡਾ ਹੱਕ ਬਣਦਾ ਹੈ। ਔਰ ਅੰਗਰੇਜ਼ਾਂ ਨੇ ਆ ਕੇ ਫੜ ਕੇ ਜਿਹੜੀਆਂ ਹੈਗੀਆਂ ਜੇਲ੍ਹਾਂ ਭਰ ਦਿੱਤੀਆਂ, ਜਿੰਨੇ ਵੀ ਮਤਲਬ ਸੱਤਿਆਗ੍ਰਹੀ ਸੀਗੇ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਜੀ। ਹਾਂਜੀ, ਇਹਦੇ 'ਤੇ ਤੁਸੀਂ ਕੁਝ ਕਹਿਣਾ ਹੈ ਜੀ? ਹਾਂਜੀ, ਥੈਂਕ ਯੂ ਵੈਰੀ ਮਚ। ਬਾਕੀ ਆਪਾਂ ਆਜ਼ਾਦੀ ਦੀ ਜਿਹੜੀ ਜਦੋਜਹਿਦ ਹੈਗੀ ਆ ਉਹਦੇ ਸ਼ਹੀਦ ਹਾਂਜੀ ਉਹਨਾਂ ਬਾਰੇ ਆਪਾਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ ਜੀ ਅਤੇ ਆਮ ਲੋਕਾਂ ਨੂੰ ਬਹੁਤ ਕੁਛ ਉਹਦੇ ਬਾਰੇ ਜਾਣਕਾਰੀ ਹੈ ਵੀ, ਪਤਾ ਵੀ ਹੈ ਜੀ ਸੀ। ਇਹ ਜਿਹੜੀ ਇੰਟਰਿਮ ਗਵਰਨਮੈਂਟ ਜਿਹੜੀ ਬਣੀ ਨਾ 2 ਸਤੰਬਰ 1946 ਵਿੱਚ 1946 ਦੇ ਵਿੱਚ ਜੀ, ਮਤਲਬ ਉਹੀ ਸੀਗਾ ਕਿ ਜਿਹੜੇ ਆਉਣ ਵਾਲੀ ਮਤਲਬ 15 ਅਗਸਤ ਜਿਹੜਾ ਹੈਗਾ ਉਹਦੀ ਤਿਆਰੀ ਵਾਸਤੇ ਇੱਕ ਸਰਕਾਰ ਸੀ ਕਿ ਥੋੜ੍ਹੀ ਬਹੁਤ ਉਹ ਜਿਹੜਾ ਚੀਜ਼ਾਂ ਆਪਣੇ ਟਰਾਂਸਫਰ ਦੇ ਵਿੱਚ ਜਿਹੜਾ ਨਾ ਜਿਹੜੀ ਗਵਰਨਮੈਂਟ ਪਾਵਰ ਟਰਾਂਸਫਰ ਹੈਗਾ ਉਹਦੇ ਵਿੱਚ ਜਿਹੜੀ ਹੈਲਪ ਹੋ ਸਕੇ। ਬਿਲਕੁਲ ਹੈ। ਸੋ ਉਹਦੇ ਵਿੱਚ ਜਿਹੜੇ ਵਾਇਸਰਾਏ ਗਵਰਨਰ ਜਨਰਲ ਸੀ ਆਫ ਇੰਡੀਆ ਜੀ ਉਹਦਾ ਪਹਿਲਾਂ ਸੀਗਾ ਦਾ ਵਿਸਕਾਊਂਟ ਵੇਵਲ ਜੀ ਜਿਹੜਾ ਕਿ ਅੰਗਰੇਜ਼ ਸੀ। ਕਮਾਂਡਰ ਇਨ ਚੀਫ ਸੀਗਾ ਸਰ ਕਲਾਉਡ ਐਚਿਲੇਕ, ਉਹ ਵੀ ਔਰ ਵਾਈਸ ਪ੍ਰੈਜ਼ੀਡੈਂਟ ਆਫ ਐਗਜ਼ੈਕਟਿਵ ਕਾਉਂਸਲ ਜਿਹੜੇ ਸੀਗੇ ਉਹ ਜਵਾਹਰ ਲਾਲ ਨਹਿਰੂ ਸੀਗਾ ਹੈ ਨਾ। ਅਤੇ ਉਸ ਤੋਂ ਬਾਅਦ ਹੋਮ ਅਫੇਅਰ, ਇਨਫੋਰਮੇਸ਼ਨ ਐਂਡ ਬ੍ਰੌਡਕਾਸਟ ਜਿਹੜੇ ਸੀ ਵੱਲਭ ਭਾਈ ਪਟੇਲ ਬਣੇ ਔਰ ਐਗਰੀਕਲਚਰਲ ਐਂਡ ਫੂਡ ਉਹ ਰਾਜਿੰਦਰ ਪ੍ਰਸਾਦ ਜੀ ਬਣੇ ਜੀ। ਮਤਲਬ ਇਸ ਤਰੀਕੇ ਨਾਲ ਉਹਨਾਂ ਨੇ ਫਿਰ ਕਮਰਸ ਇਬਰਾਹਿਮ ਇਸਮਾਇਲ
ਚੌਧਰੀਗੜ੍ਹ ਮਤਲਬ ਉਹ ਬਣੇ। ਮਤਲਬ ਇਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਸੀਗੀ ਆਪਣੀ ਟੀਮ ਪੂਰੀ ਸੈੱਟ ਕੀਤੀ ਸੀ। ਉਹ ਹੋਇਆ ਇੱਦਾਂ ਸੀਗਾ, ਉਹ ਕਹਿੰਦੇ ਆ ਕਿ ਜਿਹੜਾ ਲਾਸਟ ਗਵਰਨਰ ਜਨਰਲ ਸੀਗਾ ਲਾਰਡ ਮਾਊਂਟਬੈਟਨ ਸੀਗਾ, ਉਹਨੇ ਆਪਣੀ ਜਿਹੜੀ ਹੈਗੀ ਆ ਅਨਾਉਂਸ ਕਰ ਦਿੱਤਾ ਸੀਗਾ, ਕੈਬਨਿਟ ਜਿਹੜੀ ਹੈਗੀ ਆ ਉਹਨੇ ਕਹਿਤਾ ਕਿ ਮੈਂ ਇਹਨੂੰ ਸਸਪੈਂਡ ਕਰਦਾ। ਔਰ ਸਸਪੈਂਡ ਕਰਨ ਤੋਂ ਇਹ ਹੋਇਆ ਕਿ ਜਿਹੜੇ ਉਹਦੀ ਮਤਲਬ ਵਾਇਸਰਾਏ ਦੀ ਕੈਬਨਿਟ ਦੇ ਮੈਂਬਰ ਸੀਗੇ, ਉਹੋ ਹੀ ਤਕਰੀਬਨ ਉਹਨਾਂ ਨੇ ਟਰਾਂਸਫਰ ਕਰ ਦਿੱਤੇ ਗਾਹਾਂ ਇੰਟਰੀਮ ਗਵਰਨਮੈਂਟ ਦੇ ਵਿੱਚ। ਹਾਂਜੀ, ਠੀਕ ਹੈ। ਔਰ ਉਹਨਾਂ ਨੂੰ ਮਤਲਬ ਜਿੱਦਾਂ ਤੁਸੀਂ ਦੱਸਿਆ ਭਈ ਉਸ ਤੋਂ ਬਾਅਦ ਮਤਲਬ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਬਣ ਗਿਆ, ਔਰ ਬਾਕੀ ਜਿੰਨੇ ਵੀ ਸੀਗੇ ਉਹਨਾਂ ਦੇ ਵਿੱਚ ਇੱਥੋਂ ਤੱਕ ਕਿ ਬਾਬੂ ਜਗਜੀਵਨ ਰਾਮ ਵੀ ਲਿਆ, ਉਹ ਵੀ ਲੇਬਰ ਮਿਨਿਸਟਰ ਲਿਆ ਉਹਨਾਂ ਨੇ। ਹਾਂਜੀ, ਅਤੇ ਇੱਕ ਮਤਲਬ ਜੋਗਿੰਦਰ ਨਾਥ ਮੰਡਲ ਵੀ ਉਹ ਲਾਅ ਮਿਨਿਸਟਰ ਬਣਾਇਆ ਸੀਗਾ ਸ਼ਡਿਊਲ ਕਾਸਟਾਂ ਦੇ ਵਿੱਚੋਂ। ਔਰ ਬਾਕੀ ਪਟੇਲ ਜਿਹੜਾ ਹੈਗਾ ਡਿਫੈਂਸ ਜਾਂ ਇਨਫੋਰਮੇਸ਼ਨ ਹੈ ਜੀ, ਵੱਲਭ ਭਾਈ ਪਟੇਲ ਹੋਮ ਅਫੇਅਰ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਜੀ। ਔਰ ਇੱਥੋਂ ਤੱਕ ਕਿ ਮੁਸਲਮਾਨਾਂ ਵਿੱਚੋਂ ਵੀ ਲਏ ਸੀ ਲਿਆਕਤ ਅਲੀ ਜਿਹੜੇ ਸੀਗੇ ਉਹ ਫਾਈਨੈਂਸ ਮਿਨਿਸਟਰ, ਅਤੇ 2 ਹੋਰ ਉਹਨਾਂ ਨੇ ਮੁਸਲਮਾਨਾਂ ਦੇ ਵਿੱਚੋਂ ਮਿਨਿਸਟਰ ਲਏ। ਸੋ ਇਸ ਤਰ੍ਹਾਂ ਉਹਨਾਂ ਨੇ ਜਿਹੜੇ ਹੈਗੇ ਆ ਜੋਗਿੰਦਰ ਨਾਥ ਮੰਡਲ ਦੀ ਤੁਸੀਂ ਗੱਲ ਕੀਤੀ ਹੈਗੀ ਆ, ਉਹ ਵੀ ਆਲ ਇੰਡੀਆ ਮੁਸਲਿਮ ਲੀਗ ਦੇ ਵਿੱਚੋਂ ਸੀਗੇ ਜੀ, ਉਹਨਾਂ ਦਾ ਮਤਲਬ ਸੀਗੇ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਨੂੰ। ਹਾਂ, ਸੋ ਪਿਆਰੇ ਦਰਸ਼ਕੋ, ਇਸ ਤਰ੍ਹਾਂ ਇਹ ਆ ਕਿ ਉਹਨਾਂ ਨੇ ਜਿਹੜੀ ਇੰਟਰੀਮ ਗਵਰਨਮੈਂਟ ਜਿਹੜੀ ਆ ਬਣਾਈ ਆਜ਼ਾਦੀ ਤੋਂ ਪਹਿਲਾਂ, ਔਰ ਉਸ ਟਾਈਮ ਦੇ ਉੱਤੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਕਿ ਇੰਡੀਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਜੁਦੇ ਹੋ ਗਏ। ਆਲ ਇੰਡੀਆ ਬੇਸ ਦੇ ਉੱਤੇ ਉਹ ਜਿਹੜੀ ਗਵਰਨਮੈਂਟ ਬਣੀ ਸੀਗੀ, ਔਰ ਜਿਹੜੀ ਉਸ ਦੇ ਨਾਲ ਹੀ ਇਹ ਆ ਕਿ ਉਹਨਾਂ ਨੇ ਕਾਂਸਟੀਚਿਊਸ਼ਨ ਅਸੈਂਬਲੀ ਜਿਹੜੀ ਵਿਧਾਨ ਬਣਾਉਣ ਦੀ ਅਸੈਂਬਲੀ ਜਿਹੜੀ ਆ ਉਹ ਵੀ ਮਤਲਬ ਕ੍ਰੀਏਸ਼ਨ ਦੇ ਵਿੱਚ ਲਿਆਂਦੀ। ਔਰ ਉਹ ਜਿਹੜੀ ਵਿਧਾਨ ਬਣਾਉਣ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਰਿਆਸਤਾਂ ਤੋਂ ਜਾਂ ਰਾਜਿਆਂ ਦੀਆਂ ਰਿਆਸਤਾਂ ਤੋਂ ਜਾਂ ਦੂਸਰੇ ਪਾਸਿਓਂ ਜਿੰਨੇ ਵੀ ਉਹ ਮੰਨ ਲਓ ਨੁਮਾਇੰਦੇ ਲਏ ਸੀਗੇ, ਉਹ ਤੁਹਾਨੂੰ ਵੀ ਪਤਾ ਹੈਗਾ ਵੀ 389 ਹੈ ਜੀ ਕੰਸਟੀਚਿਊਐਂਟ ਅਸੈਂਬਲੀ ਦੇ ਉਹਨਾਂ ਨੇ ਲਏ ਸੀਗੇ। ਔਰ 389 ਦੇ ਵਿੱਚ ਇਹ ਆ ਕਿ ਬਾਅਦ ਦੇ ਵਿੱਚ ਜਿਸਲੇ 14 ਜਾਂ 15 ਨੂੰ ਅਨਾਊਂਸ ਹੋ ਗਿਆ, 14 ਨੂੰ ਤਾਂ ਅਨਾਊਂਸ ਹੋ ਗਿਆ ਪਾਕਿਸਤਾਨ ਹੈ ਜੀ ਰਾਤ ਨੂੰ, ਔਰ 15 ਨੂੰ ਇੰਡੀਆ ਹੋ ਗਿਆ ਆਜ਼ਾਦੀ। ਐਕਚੁਅਲੀ ਉਹ ਸੇਮ ਟਾਈਮ ਹੀ ਹੋਏ ਸੀਗੇ। ਹਾਂ, ਪਰ ਪਾਕਿਸਤਾਨ ਦਾ ਜਿਹੜਾ ਉਹਦੀ ਮਤਲਬ ਰਾਜ ਕੈਪੀਟਲ ਦੀ ਉੱਥੇ ਜਿਹੜਾ ਟਾਈਮ ਸੀ ਨਾ, ਉਹ ਅੱਧਾ ਘੰਟਾ ਮਤਲਬ ਮੋਹਰੇ ਸੀ। ਬਿਲਕੁਲ ਬਿਲਕੁਲ। ਇਸ ਕਰਕੇ ਜਦੋਂ ਇੱਥੇ ਇੰਡੀਆ ਜਦੋਂ 12 ਵਜੇ ਆ ਤੇ ਲਾਹੌਰ ਦੇ ਵਿੱਚ ਹਾਲੇ 11:30 ਵਜੇ ਸੀ, ਉੱਥੇ 14 ਤਰੀਕ ਸੀ। ਬਿਲਕੁਲ ਬਿਲਕੁਲ। ਉਹ ਇਸੇ ਕਰਕੇ ਉਹਨਾਂ ਨੇ ਇਹ ਆ ਕਿ ਆਪਣਾ ਜਿਹੜਾ ਆਜ਼ਾਦੀ ਦੇ ਦਿਨ ਉਹਨਾਂ 14 ਦਾ ਰੱਖਿਆ। ਪਰ ਇੱਕ ਟ੍ਰੈਡੀਸ਼ਨਲੀ ਗੱਲ ਇਹ ਵੀ ਚੱਲਦੀ ਆ ਭਈ ਪਹਿਲਾਂ ਤੋਂ ਚੱਲਦੀ ਆ ਭਈ ਜੇ ਮੁਸਲਮਾਨਾਂ ਕੋਲ ਗੱਲ ਕੀਤੀ ਤਾਂ ਹਿੰਦੂਆਂ ਨੇ ਮੁਖਾਲਫਤ ਕਰਨੀ ਆ, ਔਰ ਜੇ ਹਿੰਦੂਆਂ ਨੇ ਕੋਈ ਗੱਲ ਕੀਤੀ ਮੁਸਲਮਾਨਾਂ ਨੇ ਮੁਖਾਲਫਤ ਕਰਨੀ, ਜਸਟ ਫॉर द ਸੇਕ ਆਫ ਮੁਖਾਲਫਤ ਹੈ ਨਹੀਂ ਭਈ ਫਲਾਣੇ ਨੇ ਸੂਰ ਖਾਣਾ, ਫਲਾਣੇ ਨੇ ਗਾਂ ਖਾਣੀ ਹੈ, ਫਲਾਣੇ ਨੇ ਉਹ ਖਾਣਾ, ਫਲਾਣੇ ਨੇ ਉਹ ਖਾਣਾ, ਫਲਾਣੇ ਚਿੱਟੇ ਕੱਪੜੇ ਪਾਉਣੇ, ਫਲਾਣੇ ਨੇ ਇਹ ਆ ਕਿ ਭਗਵੇਂ ਪਾਉਣੇ। ਸੋ ਇਹ ਜਿਹੜੀਆਂ ਗੱਲਾਂ ਉਹਨਾਂ ਦੀਆਂ ਬਹੁਤ ਪਹਿਲਾਂ ਦੀਆਂ ਚੱਲਦੀਆਂ ਸੀਗੀਆਂ, ਔਰ ਅਸੀਂ ਇਸ ਗੱਲ ਬਾਤ ਜ਼ਿਆਦਾ ਨਹੀਂ ਜਾਣਦੇ ਪਿਆਰੇ ਦਰਸ਼ਕੋ। ਇਹ ਇੱਕ ਛੋਟੀ ਜਿਹੀ ਤੁਹਾਨੂੰ ਇੱਕ ਜਿਹੜੀ ਗੱਲ ਦੱਸੀ ਸੀਗੀ ਉਹ ਇਹ ਹੈਗੀ ਆ ਕਿ ਭਾਰਤ ਦੇ ਵਿੱਚ ਜਿਸਲੇ ਇੰਟਰਿਮ ਗਵਰਨਮੈਂਟ ਅਨਾਊਂਸ ਹੋਈ, ਉਹਦਾ ਮਤਲਬ ਇਹ ਆ ਕਿ ਇਤਿਹਾਸ ਬਦਲੀ ਦੇ ਇੱਕ ਰਿਮਾਨ ਦਿਸ ਪਏ। ਔਰ ਇਤਿਹਾਸ ਕਿਹੜਾ ਬਦਲੇਗਾ? ਇੰਡੀਆ ਦਾ, ਸਾਰੇ ਇੰਡੀਆ ਦਾ, ਪਾਕਿਸਤਾਨ ਦਾ, ਬੰਗਲਾਦੇਸ਼ ਇੱਕੋ ਹੀ ਸੀਗਾ। ਔਰ ਉਹ ਬੜਾ ਆਸਾਂ ਔਰ ਉਮੀਦਾਂ ਦੇ ਨਾਲ ਲੋਕਾਂ ਨੇ ਉਹ ਇਤਿਹਾਸ ਬਦਲਣ ਦੀ ਜਿਹੜੇ ਜਸ਼ਨ ਮਨਾਏ ਹੈ ਜੀ। ਔਰ ਉਹਦੀ ਬੜੇ ਦੇਰ ਤੋਂ 200 ਸਾਲਾਂ ਤੋਂ ਉਹਦੀ ਉਮੀਦ ਕਰਦੇ ਸੀਗੇ ਵੀ ਕਦੀ ਵੀ ਭਾਰਤ ਦੇ ਵਿੱਚ ਇਹੋ ਜਿਹਾ ਇਤਿਹਾਸ ਆਏਗਾ ਕਿ ਭਾਰਤ ਆਜ਼ਾਦ ਹੋਏਗਾ, ਇੱਕ ਭਾਰਤ ਹੋਏਗਾ, ਔਰ ਭਾਰਤ ਦੇ ਵਿੱਚ ਭਾਰਤ ਦੇ ਲੋਕਾਂ ਦਾ ਆਪਣਾ ਰਾਜ ਹੋਏਗਾ, ਜਿੱਥੇ ਉਹਨਾਂ ਨੂੰ ਸਾਰੇ ਜਿਹੜੇ ਹੱਕ ਆ ਇਕੁਆਲਿਟੀ, ਲਿਬਰਟੀ ਆਫ ਫਰਟੈਰਨਿਟੀ ਸਾਰਿਆਂ ਨੂੰ ਇੱਕੋ ਜਿਹਾ ਮਿਲਣਗੇ ਜੀ। ਔਰ ਉਹ ਜਿਹੜੀਆਂ ਆਸਾਂ ਉਮੀਦਾਂ ਸੀਗੀਆਂ ਉਹ ਬਹੁਤ ਉੱਚੀਆਂ ਕਹਿ ਲਓ ਭਾਈ। ਬਾਹਰਲੇ ਲੋਕ ਜਿਹੜੇ ਅੰਗਰੇਜ਼ ਹੈਗੇ ਉਹ ਚਲੇ ਜਾਊਗੇ ਔਰ ਸਿਆਸਤ ਸਾਡੇ ਹੱਥ ਆ ਜਾਊਗੀ, ਅਸੀਂ ਆਪਣੀ ਕਿਸਮਤ ਦੇ ਆਪ ਹੁਕਮਰਾਨ ਹੋਵਾਂਗੇ ਜਾਂ ਆਪਣੀ ਕਿਸਮਤ ਆਪ ਬਣਾਵਾਂਗੇ। ਔਰ ਵਿਧਾਨ ਬਣਿਆ, ਭਾਰਤ ਆਜ਼ਾਦ ਹੋਇਆ। ਔਰ ਇਹ ਆ ਕਿ 52 ਦੇ ਵਿੱਚ ਪਹਿਲੀ ਦਫਾ ਭਾਰਤ ਦਾ ਇਲੈਕਸ਼ਨ ਵੀ ਆ ਗਿਆ।
हाँ जी, ਅਸੀਂ ਅੰਦਾਜ਼ਾ ਇਹ ਲਾਉਂਦੇ ਆ ਕਿ ਉਹ ਜਿਹੜੀਆਂ ਆਸਾਂ ਉਮੀਦਾਂ ਸੀਗੀਆਂ ਜਿਨ੍ਹਾਂ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਸੀਗੀਆਂ, ਭਾਰਤ ਨੂੰ ਆਜ਼ਾਦ ਕਰਾਉਣ ਲਈ ਹਜ਼ਾਰਾਂ ਹੀ ਲੋਕ ਜਿਹੜੇ ਆ ਫਾਂਸੀਆਂ ਤੇ ਚੜ੍ਹੇ ਸੀਗੇ, ਔਰ ਇੰਟਰਿਮ ਗਵਰਨਮੈਂਟ ਵੀ ਬਣੀ, ਵਾਇਸਰਾਜ ਦੀ ਗਵਰਨਮੈਂਟ ਵੀ ਬਣੀ, ਔਰ ਬੜੀ ਮੰਨ ਲਓ ਜੇਲ੍ਹਾਂ 'ਚ ਲੋਕ ਗਏ, ਤਸੀਹੇ ਕੱਟੇ, ਅਖੀਰ ਉਹਨਾਂ ਨੂੰ ਇਹ ਆ ਕਿ ਭਾਰਤ ਨੂੰ ਭਾਰਤ ਮਿਲ ਗਿਆ, ਪਾਕਿਸਤਾਨ ਨੂੰ ਪਾਕਿਸਤਾਨ ਮਿਲ ਗਿਆ। ਔਰ ਕੀ ਉਹ ਜਿਹੜੀਆਂ ਆਸਾਂ ਉਮੀਦਾਂ ਸੀਗੀਆਂ, ਕੀ ਉਹ ਜਿਹੜੇ ਉਹ ਇੱਕ ਸੁਪਨਾ ਦੇਖਦੇ ਸੀਗੇ ਕਿ ਸਾਡਾ ਦੇਸ਼ ਹੋਏਗਾ ਔਰ ਸਾਡੇ ਦੇਸ਼ ਦੇ ਵਿੱਚ ਸਾਡੀ ਆਪਣੀ ਹਕੂਮਤ ਹੋਏਗੀ, ਅਸੀਂ ਆਪਣੀ ਜਿਹੜੀ ਕਿਸਮਤ, ਆਪਣਾ ਜਿਹੜਾ ਭਾਗ ਹੈ ਜਿਹਨੂੰ ਕਹਿੰਦੇ ਆ, ਉਹਨੂੰ ਆਪ ਬਣਾਉਣ ਲਈ ਅਸੀਂ ਉਹ ਸਾਡੇ ਹੱਥਾਂ 'ਚ ਹੋਏਗਾ। ਕੀ ਉਹ ਸੁਪਨਾ ਉਹਨਾਂ ਦਾ ਪੂਰਾ ਹੋਇਆ? ਤੁਸੀਂ ਜਰਾ ਇਹ 'ਤੇ ਦੱਸੋ ਤਾਂ ਜੀ। ਐਕਚੁਅਲੀ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਅੰਗਰੇਜ਼ਾਂ ਦੇ ਰਾਜ ਦੇ ਵਾਲੇ ਜੀ ਜੀ, ਕਿ ਉੱਥੋਂ ਇਹ ਛੱਡ ਕੇ ਆਏ ਔਰ ਅਸੀਂ ਅੱਜ ਇੱਥੇ ਉਹਨਾਂ ਦੇ ਰਾਜ ਵਿੱਚ ਬੈਠ ਕੇ ਜੀ ਅੱਜ ਵੀ ਇਸ ਘਰ ਨੂੰ ਮਤਲਬ ਇੰਗਲੈਂਡ ਨੂੰ ਆਪਣਾ ਘਰ ਬਣਾ ਕੇ ਬੈਠੇ ਹਾਂ ਇੱਥੇ, ਸਮਝਦੇ ਕਿ ਸਾਡਾ ਆਪਣਾ ਦੇਸ਼ ਹੈ। ਅਸੀਂ ਜੇ ਆਪਾਂ ਅੰਗਰੇਜ਼ਾਂ ਦਾ ਰਾਜ ਭਾਰਤ ਵਿੱਚ ਜਿਹੜਾ ਸੀ ਜੀ, ਜੇ ਉਹਨੂੰ ਦੇਖੀਏ ਵੀ ਇਹਨਾਂ ਨੇ ਭਾਰਤ ਵਾਸਤੇ ਕੀ ਕੁਛ ਕੀਤਾ, ਵੀ ਠੀਕ ਹੈ ਜਿਹੜਾ ਬੰਦਾ ਰੂਲਰ ਬਣ ਕੇ ਜਾਂਦਾ ਹੈਗਾ, ਜੇ ਪਹਿਲਾਂ ਈਸਟ ਇੰਡੀਆ ਕੰਪਨੀ ਸੀ ਮਗਰੋਂ ਫਿਰ ਜਿਹੜੀ ਕੁਈਨ ਦਾ ਰਾਜ ਮਤਲਬ ਹੋ ਗਿਆ, ਗਵਰਨਮੈਂਟ ਦਾ ਰਾਜ ਹੋਇਆ, ਤੇ ਉਸ ਤਰੀਕੇ ਨਾਲ ਉਹਨਾਂ ਨੇ ਓਬਵੀਅਸਲੀ ਕਿ ਜਦੋਂ ਦੂਸਰੇ ਮੁਲਕ 'ਤੇ ਜਾਂਦੇ ਆ ਉਹਦੇ ਵਿੱਚੋਂ ਪੈਸਾ ਧੇਲਾ ਵੀ ਕੱਢਣਾ ਹੁੰਦਾ, ਉੱਥੋਂ ਆਪਣੀ ਕਮਾਈ ਵੀ ਕਰਨੀ ਹੁੰਦੀ, ਆਪਣੇ ਮੁਲਕ ਨੂੰ ਰਿਚ ਕਰਨਾ ਹੁੰਦਾ, ਇਹ ਮੇਨ ਆਮ ਹੁੰਦਾ ਹੀ ਆ, ਉਹਨੇ ਕੀਤਾ ਵੀ ਹੈਗਾ। ਪਰ ਉਹਦੇ ਨਾਲ ਨਾਲ ਜਦ ਸਾਡੇ ਸਮਾਜ ਦੇ ਵਿੱਚ ਇੰਨੀਆਂ ਬੁਰਾਈਆਂ ਸੀ ਪਹਿਲਾਂ ਹੀ, ਕਰਕੇ ਜਦੋਂ ਅੰਗਰੇਜ਼ ਨਹੀਂ ਸੀ ਉੱਥੇ ਤੇ ਕੀ ਉਦੋਂ ਭਾਰਤ ਆਜ਼ਾਦ ਸੀ ਸਾਰਾ? ਕੀ ਸਾਰੇ ਭਾਰਤੀ ਆਜ਼ਾਦ ਸੀ? ਨਹੀਂ। ਖਾਸ ਕਰਕੇ ਬਹੁਜਨ ਸਮਾਜ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਅਕਸਰ, ਸ਼ਡਿਊਲਡ ਕਾਸਟ, ਸ਼ਡਿਊਲਡ ਟ੍ਰਾਈਬਸ, ਬੈਕਵਰਡ ਕਲਾਸਿਸ ਔਰ ਪੂਰਾ ਔਰਤ ਵਰਗ ਜਿਹੜਾ ਜੀ ਚਾਹੇ ਉਹ ਕਿਸੇ ਵੀ ਵਰਨ ਦੇ ਸੀ, ਮਤਲਬ ਕੀ ਉਹ ਆਜ਼ਾਦ ਸੀ? ਨਹੀਂ, ਉਹ ਆਜ਼ਾਦ ਨਹੀਂ ਸੀ, ਉਹ ਉਦੋਂ ਵੀ ਗੁਲਾਮ ਸੀ ਜੀ। ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਹੀ ਲੋਕ ਗੁਲਾਮ ਸੀ ਜੀ। ਕੁਛ ਬੰਦੇ ਮਤਲਬ ਜਿਹੜੀਆਂ ਕਮਿਊਨਿਟੀਆਂ ਸੀਗੀਆਂ ਉਹੀ ਆਜ਼ਾਦ ਸੀ ਜੀ। ਔਰ ਉਹਨਾਂ ਨੇ ਕਦੀ ਵੀ ਇੰਨੇ ਚਿਰ ਜਿਹੜੇ ਹੈਗੇ ਮੁਗਲ ਰਹੇ ਆ, ਉਹਨਾਂ ਦਾ ਰਾਜ ਰਿਹਾ ਆ, ਬਿਲਕੁਲ ਉਹਨਾਂ ਨਾਲ ਰਲ ਕੇ ਰਾਜ ਕੀਤਾ, ਸਗੋਂ ਬਿਲਕੁਲ ਉਹਨਾਂ ਨਾਲ ਕਦੀ ਉਹਨਾਂ ਨੂੰ ਨਹੀਂ ਕਿਹਾ ਵੀ ਤੁਸੀਂ ਬਾਹਰ ਜਾਓ, ਤੁਸੀਂ ਜੀ ਭਾਰਤ ਛੋੜੋ, ਵੀ ਇਹ ਸਾਡਾ ਹੈਗਾ ਜੀ। ਨਹੀਂ, ਅੰਗਰੇਜ਼ਾਂ ਦੇ ਨਾਲ ਵੀ ਅੰਗਰੇਜ਼ਾਂ ਨੇ ਵੀ ਮਤਲਬ ਉਹਨਾਂ ਨੇ ਅੰਗਰੇਜ਼ਾਂ ਨਾਲ ਵੀ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਹਿੱਸੇਦਾਰ ਭਾਗੀਦਾਰ ਬਣਾ ਲਓ, ਤੇ ਪਰ ਉਹ ਅੰਗਰੇਜ਼ਾਂ ਦਾ ਕਰਕੇ ਇੱਥੇ ਇੰਗਲੈਂਡ ਦਾ ਸਿਸਟਮ ਸੀਗਾ ਤੇ ਉਹਨਾਂ ਨੇ ਉਹਦੇ ਮੁਤਾਬਕ ਉੱਥੇ ਰੂਲ ਕਰਨਾ ਸ਼ੁਰੂ ਕੀਤਾ, ਔਰ ਜਿਹੜੇ ਹੱਕ ਇੱਥੇ ਲੋਕਾਂ ਨੂੰ ਸੀਗੇ ਉਹ ਉੱਥੇ ਹੱਕ ਦੇਣ ਦੀ ਕੋਸ਼ਿਸ਼ ਕੀਤੀ। ਔਰ ਇਹ ਜਿਹੜੇ ਸਵਰਨ ਜਿਹੜੀਆਂ ਮਤਲਬ ਲੋਕ ਸੀਗੇ ਜੀ ਜਾਤੀਆਂ ਸੀਗੀਆਂ, ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ ਬਿਲਕੁਲ। ਮੈਂ ਉਹਨਾਂ ਦਾ ਕੁਛ ਜ਼ਿਕਰ ਕਰਨਾ ਚਾਹਦਾ, ਕਾਫੀ ਲੰਬੀ ਲਿਸਟ ਹੈ, ਪਰ ਆਪਾਂ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਜੇ ਇਜਾਜ਼ਤ ਦਿਓ ਤਾਂ। ਚਲੋ ਚਲੋ। ਦੇਖੋ ਅੰਗਰੇਜ਼ਾਂ ਨੇ 1795 ਦੇ ਵਿੱਚ ਜਿਹੜੇ ਸ਼ੂਦਰ ਜਮਾਤ ਹੈਗੇ ਆ ਜੀ, ਬ੍ਰਾਹਮਣ ਖੱਤਰੀ ਵੈਸ਼ ਨੂੰ ਛੱਡ ਕੇ ਬਾਕੀ ਜਿੰਨੇ ਵੀ ਹੈਗੇ ਆ ਨਾ, ਉਹ 'ਚ ਸ਼ਡਿਊਲਡ ਕਾਸਟ, ਸ਼ਡਿਊਲਡ ਟ੍ਰਾਈਬਸ ਵੀ ਔਰ ਬਾਕੀ ਬੈਕਵਰਡ ਕਲਾਸਿਸ ਵੀ ਜਿਹੜੀ ਆਪਾਂ ਅੱਜ ਕੱਲ੍ਹ ਗੱਲ ਕਰਦੇ ਹੈਗੇ ਆ, ਉਹਨਾਂ ਨੂੰ ਪ੍ਰੋਪਰਟੀ ਰੱਖਣ ਦਾ ਹੱਕ ਨਹੀਂ ਸੀ। ਔਰ 1795 ਦੇ ਵਿੱਚ ਪਹਿਲੀ ਵਾਰੀ ਅੰਗਰੇਜ਼ਾਂ ਨੇ ਉਹਨਾਂ ਲੋਕਾਂ ਨੂੰ ਵੀ ਪ੍ਰੋਪਰਟੀ ਰੱਖਣ ਦਾ ਹੱਕ ਦਿੱਤਾ ਜੀ। ਫਿਰ ਈਸਟ ਇੰਡੀਆ ਕੰਪਨੀ ਨੇ 1773 ਵਿੱਚ ਰੈਗੂਲੇਟਿੰਗ ਐਕਟ ਪਾਸ ਕੀਤਾ ਜਿਹਦੇ ਮੁਤਾਬਕ ਕਿ ਜਿਹੜੀ ਸਜ਼ਾ ਆ ਨਾ ਉਹ ਸਾਰਿਆਂ ਨੂੰ ਇਕੁਅਲ ਹੋਊਗੀ। ਬਿਲਕੁਲ, ਤੁਹਾਨੂੰ ਪਤਾ ਪਹਿਲਾਂ ਜਿਹੜੀ ਸੀਗੀ ਬ੍ਰਾਹਮਣ ਨੂੰ ਕੋਈ ਸਜ਼ਾ ਨਹੀਂ ਸੀ ਹੁੰਦੀ, ਕਸ਼ਤਰੀ ਨੂੰ ਘੱਟ ਹੁੰਦੀ ਸੀ, ਵੈਸ਼ ਨੂੰ ਉਹਦੇ ਨਾਲ ਥੋੜ੍ਹੀ ਜ਼ਿਆਦਾ ਹੁੰਦੀ, ਔਰ ਸ਼ੂਦਰਾਂ ਨਾਲ ਸ਼ੂਦਰਾਂ ਨੂੰ ਸਭ ਤੋਂ ਸਖਤ ਜਿਹੜੀ ਸੀ ਉਹ ਸਜ਼ਾ ਦਿੱਤੀ ਜਾਂਦੀ ਸੀਗੀ। ਤਾਂ ਪਹਿਲੀ ਵਾਰੀ 6 ਮਈ 1775 ਨੂੰ ਇੱਕ ਬੰਗਾਲ ਦੇ ਬ੍ਰਾਹਮਣ ਜਿਹੜਾ ਉਹਦਾ ਨਾਮ ਨੰਦ ਕੁਮਾਰ ਦੇਵ, ਉਹਨੂੰ ਫਾਂਸੀ ਹੋਈ ਸੀ। ਉਸ ਤੋਂ ਪਹਿਲਾਂ ਕਦੀ ਬ੍ਰਾਹਮਣ ਨੂੰ ਸਜ਼ਾ ਨਹੀਂ ਸੀ ਕਦੀ ਦਿੱਤੀ ਜਾਂਦੀ। ਫਿਰ 1804 ਵਿੱਚ ਜੀ ਜਿਹੜੀ ਕੰਨਿਆ ਜਿਹੜੇ ਬੱਚੀਆਂ ਦਾ ਮਰਡਰ ਕਰ ਦਿੰਦੇ ਸੀ, ਮਤਲਬ ਆਮ ਸੀਗਾ, ਕਿਸੇ ਨੂੰ ਧਤੂਰਾ ਦੇ ਦੇਣਾ, ਕਿਸੇ ਨੂੰ ਜ਼ਹਿਰ ਦੇ ਦੇਣੀ, ਕੁਛ ਜਾਂ ਉਹਨੂੰ ਪਾਣੀ 'ਚ ਡੋਬ ਕੇ ਮਾਰ ਦੇਣਾ, ਅਫੀਮ ਤਾਲੂ ਨੂੰ ਲਾ ਦੇਣੀ, ਜਾਂ ਗਰਭ 'ਚ ਹੀ ਮਾਰ ਦਿੰਦੇ, ਗਰਭ 'ਚ ਹੀ ਮਾਰ ਦੇਣਾ। ਮਤਲਬ ਇਹ ਫਿਰ ਜਿਹੜਾ ਉਹਨੂੰ ਗੈਰ ਕਾਨੂੰਨੀ ਉਹਨੇ ਕੀਤਾ, ਮਤਲਬ ਹੱਤਿਆ ਇੱਕ ਤਰ੍ਹਾਂ ਦੀ ਹੋ ਕੇ ਮੰਨਿਆ ਜਾਊਗਾ। ਫਿਰ 1813 ਵਿੱਚ
ਸਾਰਿਆਂ ਨੂੰ ਸਾਰੀਆਂ ਜਾਤੀਆਂ ਨੂੰ ਐਜੂਕੇਸ਼ਨ ਲੈਣ ਦਾ ਅਧਿਕਾਰ ਦਿੱਤਾ ਵੀ ਸਾਰੀਆਂ ਐਜੂਕੇਸ਼ਨ ਲੈ ਸਕਦੇ, ਨਹੀਂ ਤਾਂ ਜਿਹੜਾ ਸ਼ੂਦਰ ਵਰਡ ਸੀਗਾ ਉਹਨੂੰ ਐਜੂਕੇਸ਼ਨ ਲੈਣ ਦਾ ਹੱਕ ਨਹੀਂ ਸੀਗਾ। ਫਿਰ 1813 ਵਿੱਚ ਹੀ ਜਿਹੜੀ ਦਾਸ ਪ੍ਰਥਾ ਉਹਦਾ ਅੰਤ ਕੀਤਾ। ਪਹਿਲਾਂ ਜਿਹੜੀ ਸਲੇਵਰੀ ਸੀਗੀ, ਗੁਲਾਮ ਸੀਗੇ, ਗੁਲਾਮ ਰੱਖਦੇ ਸੀਗੇ, ਉਹ ਜਿਹੜੀ ਉਹਨੂੰ ਵੀ ਕਾਨੂੰਨ ਬਣਾ ਕੇ ਬੰਦ ਕਰ ਦਿੱਤਾ। ਦਾਸ ਦੇ ਨਾਲ ਦਾਸੀ ਵੀ ਪ੍ਰਥਾ ਜੀ ਉਹ ਬਾਅਦ 'ਚ ਆਉਂਦੀ ਹਾਲੇ। ਮਤਲਬ ਸਮਾਨ ਨਾਗਰਿਕਤਾ ਸਾਹਿਤਕ ਕਾਨੂੰਨ ਬਣਾਇਆ। ਫਿਰ 1819 ਵਿੱਚ ਇੱਕ ਸੀਗਾ ਰਿਵਾਜ ਕਿ ਬ੍ਰਾਹਮਣਾਂ ਦੁਆਰਾ ਸ਼ੂਦਰ ਇਸਤਰੀਆਂ ਦੀ ਸ਼ੁੱਧੀਕਰਨ। ਜਿਹੜੀ ਸ਼ੂਦਰ ਇਸਤਰੀਆਂ ਸੀਗੀਆਂ ਜਦੋਂ ਉਹ ਵਿਆਹ ਹੋ ਕੇ ਆਉਂਦੀਆਂ ਸੀਗੀਆਂ ਤੇ ਉਹ ਹਸਬੈਂਡ ਦੇ ਕੋਲ, ਆਪਣੇ ਪਤੀ ਦੇ ਕੋਲ ਜਾਣ ਤੋਂ ਪਹਿਲਾਂ ਘੱਟੋ ਘੱਟ 3 ਰਾਤਾਂ ਉਹਨੂੰ ਬ੍ਰਾਹਮਣ ਦੇ ਕੋਲ ਰਹਿਣਾ ਪੈਂਦਾ ਸੀਗਾ, ਪੁਰੋਹਿਤ ਦੇ ਕੋਲ, ਵੀ ਉਹਦੀ ਜਿਹੜਾ ਸ਼ੁੱਧੀਕਰਨ ਹੋਵੇ। ਉਹ ਤੋਂ ਜ਼ਿਆਦਾ ਵੀ ਰੱਖ ਸਕਦਾ ਸੀ ਉਹ। ਪਰ ਇਹ ਫਿਰ ਅੰਗਰੇਜ਼ਾਂ ਨੇ ਮਤਲਬ 1819 ਵਿੱਚ ਇਹਨੂੰ ਜਿਹੜਾ ਸਮਾਪਤ ਕੀਤਾ, ਇਹ ਜਿਹੜਾ ਸ਼ੁੱਧੀਕਰਨ ਦਾ ਕਾਨੂੰਨ ਬਣਾਇਆ ਸੀਗਾ। ਮਤਲਬ ਇਹ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਦੇ ਕਾਨੂੰਨ ਹੈ ਜਿਹੜੇ ਉਹਨਾਂ ਨੇ ਰੋਕੇ ਹੈਗੇ। ਫਿਰ 1830 ਵਿੱਚ ਉਹਨੇ ਇੱਕ ਨਰਬਲੀ ਪ੍ਰਥਾ, ਜਿਹਨੂੰ ਬੰਦਿਆਂ ਦੀ ਬਲੀ ਦਿੰਦੇ ਸੀਗੇ, ਕੋਈ ਵੀ ਜਿੱਦਾਂ ਦੇਵੀ ਦੇਵਤਾ ਨੂੰ ਖੁਸ਼ ਕਰਨ ਵਾਸਤੇ ਮੰਦਰਾਂ ਦੇ ਵਿੱਚ, ਤੇ ਉਹ ਬੰਦੇ ਦੀ ਜਾਂ ਬੰਗਾਲ 'ਚ ਜ਼ਿਆਦਾ ਸੀ ਤੇ ਉਹ ਬਲੀ ਦੇ ਦਿੰਦੇ ਸੀਗੇ। ਪਰ ਬਾਹਮਣਾਂ ਹੀ ਤਾਂ ਬਲੀ ਦਿੰਦੇ ਨਹੀਂ ਸੀ, ਉਹ ਸ਼ੂਦਰਾਂ ਦੀ ਬਲੀ ਦਿੰਦੇ ਸੀ। ਔਰ ਫਿਰ 1833 ਵਿੱਚ ਜਿਹੜੇ ਹੈਗਾ ਸਰਕਾਰੀ ਸੇਵਾ ਦੇ ਵਿੱਚ ਭੇਦਭਾਵ ਰੁਕਿਆ, ਵੀ ਜਿਹੜੀ ਨੌਕਰੀਆਂ ਹੈਗੀਆਂ ਉਹ ਸਾਰਿਆਂ ਨੂੰ ਦਿੱਤੀ ਜਾਊਗੀ, ਉਹ ਮਤਲਬ ਜਾਤ ਦੇ ਆਧਾਰ 'ਤੇ ਨਹੀਂ, ਉਹ ਸਾਰੇ ਉਹਦੇ ਲਈ ਹੱਕਦਾਰ ਹੋ ਸਕਦੇ ਆ। ਫਿਰ 1835 ਵਿੱਚ ਉਹਨਾਂ ਨੇ ਇੱਕ ਜਿਹੜਾ ਨਾ ਗੰਗਾ, ਜਿਹੜਾ ਪਹਿਲਾ ਬੱਚਾ ਹੁੰਦਾ ਸੀਗਾ, ਮੁੰਡਾ ਹੋਵੇ ਜੇ ਪਹਿਲਾ ਮੁੰਡਾ ਹੋ ਜਾਏ ਤਾਂ ਉਹ ਗੰਗਾ ਨੂੰ ਦਾਨ ਕਰ ਦਿੰਦੇ ਸੀ। ਮਤਲਬ ਗੰਗਾ 'ਚ ਰੋੜ ਦੇਣਾ ਇਹ ਰਿਵਾਜ ਸੀ, ਵੀ ਜਿਹੜਾ ਪਹਿਲਾ ਵੀ ਬੱਚਾ ਹੈ ਨਾ ਸ਼ੂਦਰਾਂ ਦੇ, ਉਹਨੂੰ ਗੰਗਾ ਨੂੰ ਦਾਨ ਕਰਨਾ ਜ਼ਰੂਰੀ ਸੀ। ਕਰਕੇ ਜਿਹੜਾ ਪਹਿਲਾ ਬੱਚਾ ਹੁੰਦਾ ਉਹ ਹੈਲਥੀ ਹੁੰਦਾ, ਉਹ ਚਲਾਕ ਚੁਸਤ ਵੀ ਹੁੰਦਾ ਆ, ਵੀ ਉਹ 'ਚ ਕਹਿੰਦਾ ਵੱਡਾ ਹੋ ਕੇ ਉਹ ਕਿਤੇ ਬਦਲਾ ਨਾ ਲੈਣ ਲੱਗ ਪਵੇ ਜਾਂ ਫਿਰ ਬਾਹਮਣਾਂ ਦੇ ਖਿਲਾਫ ਨਾ ਹੋ ਜਾਏ, ਇਸ ਕਰਕੇ ਉਹਨੂੰ ਮਾਰ ਦਿੰਦੇ ਸੀਗੇ ਤੇ ਉਹਨੂੰ ਗੰਗਾ 'ਚ ਰੋੜ ਦੇਣਾ। ਗੰਗਾ ਨੂੰ ਦਾਨ ਕਰੋ, ਮਤਲਬ ਕੰਪਲਸਰੀ ਸੀਗਾ। ਤੇ ਇਹ 1835 ਦੇ ਵਿੱਚ ਅੰਗਰੇਜ਼ਾਂ ਨੇ ਉਹਨੂੰ ਬੰਦ ਕੀਤਾ। ਫਿਰ ਜਿਹੜੀ ਫਿਰ 7 ਮਾਰਚ 1835 ਨੂੰ ਲਾਰਡ ਮੈਕਾਲੇ ਨੇ ਸਿੱਖਿਆ ਨੀਤੀ ਰਾਜ ਦਾ ਵਿਸ਼ੇ ਬਣਾਇਆ, ਵੀ ਜਿਹੜੀ ਐਜੂਕੇਸ਼ਨ ਹੈ ਨਾ ਉਹ ਸਾਰੀ ਸਟੇਟ ਦੇ ਅੰਦਰ ਹੋਊਗੀ ਔਰ ਉਹ ਸਾਰਿਆਂ ਲਈ ਸਾਰੇ ਐਜੂਕੇਸ਼ਨ ਲੈ ਸਕਦੇ ਆ। ਔਰ ਜਿਹੜੀ ਹਾਇਰ ਐਜੂਕੇਸ਼ਨ ਹੈ ਉਹ ਇੰਗਲਿਸ਼ ਵਿੱਚ ਹੋਊਗੀ। ਇਸ ਤਰੀਕੇ। ਅੱਛਾ, ਇੱਕ ਚੀਜ਼ ਹੋ ਰਿਹਾ ਕਿ 1835 ਤੱਕ ਜਿਹੜੇ ਸ਼ੂਦਰ ਲੋਕ ਆ ਉਹ ਚੇਅਰ 'ਤੇ ਨਹੀਂ ਸੀ, ਕੁਰਸੀ 'ਤੇ ਨਹੀਂ ਸੀ ਬੈਠ ਸਕਦੇ। ਮਤਲਬ ਇਹ ਅੰਗਰੇਜ਼ਾਂ ਦੇ ਜਾਣ ਤੋਂ ਆਉਣ ਤੋਂ ਮਤਲਬ ਉੱਥੇ ਜਾਣ ਤੋਂ ਵੀ ਪਹਿਲਾਂ ਦੀਆਂ ਇਹ ਜਿਹੜੀ ਸਿਚੁਏਸ਼ਨ ਹੈਗੀ ਆ। ਔਰ 1835 ਤੱਕ ਚੱਲਦਾ ਰਿਹਾ। ਔਰ 1835 'ਚ ਉਹਨਾਂ ਨੇ ਕਾਨੂੰਨ ਬਣਾ ਕੇ ਜਿਹੜੇ ਸ਼ੂਦਰ ਹੈਗੇ ਉਹਨਾਂ ਨੂੰ ਵੀ ਮਤਲਬ ਚੇਅਰਾਂ 'ਤੇ ਬੈਠਣ ਦਾ ਜਿਹੜਾ ਹੱਕ ਦਿੱਤਾ। ਫਿਰ ਉਹਨਾਂ ਨੇ ਜਿਹੜੀ ਸਤੀ ਪ੍ਰਥਾ ਉਹ ਵੀ ਬੰਦ ਕੀਤੀ 1829 ਦੇ ਵਿੱਚ। ਜਿਹੜੀ ਵਿਧਵਾ ਨੂੰ ਸਤੀ ਕਰ ਦਿੰਦੇ, ਜਦੋਂ ਹਸਬੈਂਡ ਮਰ ਜਾਂਦਾ ਸੀਗਾ ਤੇ ਉਹਦੇ ਨਾਲ ਹੀ ਉਹ ਜਿਹੜੀ ਉਹਦੀ ਵਾਈਫ ਹੁੰਦੀ, ਉਹਦੀ ਔਰਤ ਹੁੰਦੀ, ਉਹਦੀ ਪਤਨੀ ਹੁੰਦੀ ਸੀ, ਉਹਨੂੰ ਵੀ ਨਾਲ ਹੀ ਸਾੜ ਦਿੰਦੇ ਸੀ। ਔਰ ਇਹ ਜ਼ਿਆਦਾ ਕਰਕੇ ਕਸ਼ਤਰੀ ਵਰਗ ਜਿਹੜਾ ਹੈਗਾ, ਕਿਉਂਕਿ ਕਸ਼ਤਰੀ ਸੋਲਜੀਅਰ ਹੁੰਦੇ ਸੀਗੇ, ਉਹ ਮਰਦੇ ਤਾਂ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਜਲਾ ਦਿੰਦੇ ਸੀਗੇ। ਮਤਲਬ ਜਿਹੜਾ ਤਸ਼ੱਦਦ ਔਰਤ ਦੇ ਉੱਤੇ ਹੋਇਆ ਉਹ ਕਿਸੇ ਵੀ ਵਰਗ ਦੀ ਸੀ, ਉਹਦੇ ਉੱਤੇ ਤਸ਼ੱਦਦ ਹੋਇਆ। ਫਿਰ ਦੇਵਦਾਸੀ ਪ੍ਰਥਾ ਉੱਤੇ ਵੀ ਰੋਕ ਲਾਈ ਇਹਨਾਂ ਨੇ। ਉਹ ਤੁਹਾਨੂੰ ਪਤਾ ਹੈ ਕਿ ਜਿਹੜਾ ਵੀ ਬੱਚੀ ਹੁੰਦੀ ਸੀਗੀ, ਉਹ ਜਿਹੜੀ ਵੀ ਚੰਗੀ ਹੁੰਦੀ ਉਹ ਲੱਗਦੀ, ਉਹ ਕਹਿੰਦੇ ਜੀ ਇਹ ਮੰਦਰ ਨੂੰ ਦਾਨ ਕਰੋ, ਮੰਦਰ ਨੂੰ, ਜਾਂ ਵਿਧਵਾ ਹੋ ਜਾਏ ਉਹ ਵਿਧਵਾ ਹੋ ਜਾਏ। ਪਰ ਜਿਹੜੀ ਬੱਚੀਆਂ, ਛੋਟੀਆਂ ਬੱਚੀਆਂ ਨੂੰ ਨਾ ਦੇਵਦਾਸੀ ਕਰਕੇ ਲੈ ਜਾਂਦੇ ਸੀ। ਇੱਕ 1921 ਦੀ ਜਿਹੜੀ ਨਾ ਜਨਗਣਨਾ, ਉਹਦੇ ਵਿੱਚ ਜਿਹੜੀ ਮਦਰਾਸ ਦੀ ਟੋਟਲ ਪਾਪੂਲੇਸ਼ਨ ਜਿਹੜੀ ਸੀਗੀ 4 ਕਰੋੜ 23 ਲੱਖ ਸੀਗੀ। ਔਰ ਉੱਥੇ ਜਿਹੜੀਆਂ ਦੇਵਦਾਸੀਆਂ ਸੀ ਮੰਦਰਾਂ ਦੇ ਵਿੱਚ, ਉਹਨਾਂ ਦੀ ਜਿਹੜੀ ਸੰਖਿਆ ਸੀ, ਇਕੱਲੀ ਮਦਰਾਸ ਦੀ ਗੱਲ ਕਰਦੇ ਹਾਂ, 2 ਲੱਖ ਦੇਵਦਾਸੀਆਂ ਮੰਦਰਾਂ ਦੇ ਵਿੱਚ ਸੀ। ਇਹ ਸੈਂਸਸ ਦੀ ਹੈ ਜਨਗਣਨਾ, ਮਤਲਬ ਅਫੀਸ਼ੀਅਲ ਜਿਹੜਾ ਹੈਗਾ।
ਯੂ ਨੋ ਔਰ ਇਹ ਵੀ ਹੈ ਕਿ ਫਿਰ ਉੱਥੇ ਉਹਨਾਂ ਨਾਲ ਜੋ ਵੀ ਪੁਜਾਰੀ ਸੀਗੇ, ਪੁਰੋਹਿਤ ਸੀਗੇ, ਉਹ ਜੋ ਚਾਹੁੰਦੇ ਉਹ ਕਰਦੇ ਸੀ ਮਤਲਬ। ਔਰ ਜਿਹੜੇ ਫਿਰ ਉਹਨਾਂ ਦੇ ਬੱਚੇ ਹੋ ਜਾਂਦੇ ਸੀ, ਹੁਣ ਪਤਾ ਤਾਂ ਹੁੰਦਾ ਨਹੀਂ ਇਹਦਾ ਬਾਪ ਕੌਣ ਹੈ, ਫਿਰ ਉਹਨੂੰ ਹਰੀਜਨ ਕਹਿੰਦੇ ਸੀ। ਹਰੀਜਨ ਜਿਹੜਾ ਗਾਂਧੀ ਜੀ ਨੇ ਨਾਂ ਦਿੱਤਾ ਸੀ ਵੀ ਆਹ ਜਿਹੜੀ ਕਮਿਊਨਿਟੀ ਹੈ ਇਹ ਸਾਰੇ ਹਰੀਜਨ ਯੂ ਨੋ, ਇੱਕ ਤਰ੍ਹਾਂ ਦਾ ਮਤਲਬ ਉਹ ਕੀ ਉਹਦਾ ਮਾਈਂਡ ਸੈਟ ਹੈਗੀ ਆ, ਉਹ ਮੱਥੇ ਤੇ ਲਿਖ ਦੇਣਾ ਹਰੀਜਨ। ਬਿਲਕੁਲ। ਤੇ ਫਿਰ 1849 ਵਿੱਚ ਉਹਨਾਂ ਨੇ ਕਲਕੱਤੇ ਵਿੱਚ ਜਿਹੜੇ ਇੱਕ ਯੂਨੀਵਰਸਿਟੀ ਬਣਾਈ ਗਰਲਜ਼ ਵਾਸਤੇ, ਯੂਨੀਵਰਸਿਟੀ ਬਣਾਈ JED ਬੇਟਨ ਉਹਦਾ ਜਿਹੜਾ ਸੀਗਾ ਜਿਹਨੇ ਬਣਾਈ ਉਹ। ਫਿਰ 1854 ਵਿੱਚ 3 ਯੂਨੀਵਰਸਿਟੀਆਂ ਹੋਰ ਬਣਾਈਆਂ, ਕਲਕੱਤਾ, ਮਦਰਾਸ ਤੇ ਬੰਬੇ ਦੇ ਵਿੱਚ। ਅਸੀਂ ਕਰਕੇ ਉਸ ਤੋਂ ਪਹਿਲਾਂ ਯੂਨੀਵਰਸਿਟੀਆਂ ਦਾ ਰਿਵਾਜ ਹੈ ਨਹੀਂ ਸੀ। ਬਿਲਕੁਲ ਬਿਲਕੁਲ। ਤੁਹਾਨੂੰ ਪਤਾ ਕਿ ਭਾਰਤ ਵਿੱਚ ਯੂਨੀਵਰਸਿਟੀਆਂ ਦਾ ਕੰਸਰਨ ਜਿਹੜਾ ਸੀਗਾ ਬੁੱਧ ਦੇ ਸਮੇਂ ਦੇ ਵਿੱਚ ਜਾਂ ਸਮਰਾਟ ਅਸ਼ੋਕ ਮੌਰੀਆ ਵੰਸ਼ ਦੇ ਵਿੱਚ ਜਾਂ ਤਖਤਸ਼ਾਲਾ ਯੂਨੀਵਰਸਿਟੀ ਪਹਿਲਾਂ ਸੀ, ਕਹਿਣ ਲੱਗਾ ਸੀ ਨਲੰਦਾ ਯੂਨੀਵਰਸਿਟੀ ਮਤਲਬ ਸਭ ਤੋਂ ਲਾਸਟ ਬਣੀ ਆ, ਉਹ ਇਹਨਾਂ ਨੇ ਡਿਸਟਰੋਏ ਕਰ ਉਹ ਡਿਸਟਰੋਏ ਕੀਤੀ ਆ 1275 ਦੇ ਵਿੱਚ, ਮੇਰੇ ਖਿਆਲ 70 ਦੇ ਵਿੱਚ ਕੀ ਲੱਗਦਾ। ਤੇ ਉਸ ਤੋਂ ਬਾਅਦ ਫਿਰ 1800 ਜਿਹੜੀ ਬਣੀ ਹੈਗੀ ਆ ਇਹ ਬਣੀਆਂ ਯੂ ਨੋ। ਇਹਦੇ ਵਾਸਤੇ ਵੀ ਜਿਹੜੇ ਆਪਣੇ ਜੋਤੀਬਾ ਫੂਲੇ ਜੀ ਆ, ਉਹਨਾਂ ਨੇ ਕਾਫੀ ਇਹਨਾਂ ਨਾਲ ਲਿਖਾ ਪੱਤਰ ਕੀਤੀ ਵੀ ਸਾਡੇ ਜਿਹੜੀਆਂ ਯੂਨੀਵਰਸਿਟੀਆਂ ਤੁਸੀਂ ਬਣਾ ਕੇ ਦਿਓ ਯੂ ਨੋ। ਸੋ ਲੜਕੀਆਂ ਨੂੰ ਆਪਾਂ ਨੂੰ ਪਤਾ ਕਿ ਜਿਹੜੀ ਸਵਿਤਰੀਬਾਈ ਫੂਲੇ ਨੇ ਲੜਕੀਆਂ ਵਾਸਤੇ ਸਕੂਲ ਖੋਲ੍ਹਿਆ ਸੀ, ਔਰ ਉਸੇ ਤਰ੍ਹਾਂ ਵਿੱਚ ਫਿਰ ਯੂਨੀਵਰਸਿਟੀ ਜਿਹੜੀ ਲੜਕੀਆਂ ਵਾਸਤੇ ਵੀ ਬਣੀ। ਫਿਰ 6 ਅਕਤੂਬਰ 1860 ਨੂੰ ਅੰਗਰੇਜ਼ਾਂ ਨੇ ਇੰਡੀਅਨ ਪੀਨਲ ਕੋਡ ਬਣਾਇਆ ਜਿਹੜੇ ਫਿਰ ਜਿਹੜੇ ਸ਼ੂਦਰਾਂ ਨੂੰ ਨਾ ਪਹਿਲਾਂ ਜੰਜੀਰਾਂ ਨਾਲ ਬੰਨ੍ਹ ਕੇ ਰੱਖ ਲੈਂਦੇ ਸੀਗੇ ਮਤਲਬ ਉਹ ਜਿਹੜੇ ਸੀਗੇ ਉਹ ਤੋਂ ਮਤਲਬ ਜਿਹੜਾ ਫਿਰ ਉਹ ਧਰਮ ਦੇ ਵਿੱਚੋਂ ਜਿਹੜਾ ਮਰਜ਼ੀ ਆਪਣੇ ਮਤਲਬ ਧਰਮ ਵੀ ਜਿਹੜਾ ਮਰਜ਼ੀ ਫਿਰ ਅਪਣਾ ਸਕਦੇ ਸੀਗੇ ਇਹ ਇਸ ਕਾਨੂੰਨ ਦੇ ਮੁਤਾਬਕ, ਤੇ ਉਹਨਾਂ ਨੂੰ ਮਤਲਬ ਬੰਨ੍ਹ ਕੇ ਨਹੀਂ ਸੀ ਰੱਖਿਆ ਜਾ ਸਕਦਾ। ਇੱਕ ਹੋਰ 1863 ਵਿੱਚ ਕਾਨੂੰਨ ਬਣਾ ਕੇ ਚਰਖ ਪੂਜਾ ਯੂ ਨੋ, ਜਦੋਂ ਕੋਈ ਆਲੀਸ਼ਾਨ ਬਿਲਡਿੰਗ ਬਣਾਉਂਦੇ ਸੀ ਜਾਂ ਕੋਈ ਪੁਲ ਵਗੈਰਾ ਬਣਾਉਂਦੇ ਸੀ ਉਹਦੇ ਵਿੱਚ ਇੱਕ ਬੰਦੇ ਨੂੰ ਦੱਬ ਦਿੰਦੇ ਸੀ ਵੀ ਉਹ ਜਿਹੜਾ ਲੌਂਗਰ ਲਾਸਟਿੰਗ ਜਿਹੜਾ ਉਹ ਬਿਲਡਿੰਗ ਬਣੇ ਯੂ ਨੋ। ਫਿਰ ਇਹ ਵੀ ਜਿਹੜਾ ਹੈਗਾ ਅੰਗਰੇਜ਼ਾਂ ਨੇ ਬੰਦ ਕੀਤਾ। ਤੇ ਫਿਰ 1871 ਵਿੱਚ ਫਿਰ ਉਹਨਾਂ ਨੇ ਜਿਹੜੀ ਹੈਗੀ ਆ ਜਨਗਣਨਾ ਸ਼ੁਰੂ ਕੀਤੀ, ਜਿਹਦੇ ਮੁਤਾਬਕ ਸਾਰੀਆਂ ਜਿਹੜੀਆਂ ਪਾਪੂਲੇਸ਼ਨ ਹੈਗੀਆਂ ਉਹ ਗਿਣ ਹੁੰਦੀ ਆ, ਜਿਹਦਾ ਹਾਲੇ ਤੱਕ ਵੀ ਜਿਹੜੀ ਆਪਣੀ OBC ਦੀ ਜਨਗਣਨਾ ਇਹਨਾਂ ਨੇ ਤੁਹਾਨੂੰ ਪਤਾ ਜਿੱਦਾਂ ਆਪਾਂ ਲਾਸਟ ਪਿਛਲੇ ਹਫ਼ਤੇ ਦੱਸਿਆ ਉਹੀ ਆਪਾਂ ਗੱਲ ਕਰਦੇ ਸੀਗੇ, ਤੇ ਹਾਲੇ ਤੱਕ ਵੀ ਮਤਲਬ ਰੌਲਾ ਪੈਂਦਾ ਹਾਲੇ ਵੀ। ਇਹ ਜਿਹੜੀ ਮੌਜੂਦਾ ਸਰਕਾਰ ਆ 1931 ਦਾ ਬੰਦ ਕਰਤੀ ਹੈ। ਦੈਟਸ ਰਾਈਟ। ਤਾਂ ਫਿਰ ਦੇਖੋ ਅੰਗਰੇਜ਼ਾਂ ਨੇ ਮਤਲਬ ਮਹਾਰ ਰੈਜੀਮੈਂਟ ਬਣਾਈ, ਚਮਾਰ ਰੈਜੀਮੈਂਟ ਬਣਾਈ ਯੂ ਨੋ। ਫਿਰ ਸਾਊਥ ਬੋਰੋ ਕਮੇਟੀ ਜਿਹੜੀ ਸੀਗੀ ਯੂ ਨੋ ਉਹ ਬਣਾਈ 1918 ਵਿੱਚ। ਫਿਰ 1928 ਦੇ ਵਿੱਚ ਉਹਦੇ ਮੁਤਾਬਕ ਹੀ ਜਿਹੜਾ ਮੰਡਲ ਕਮਿਸ਼ਨ ਵਰਾ ਆਇਆ ਯੂ ਨੋ। ਫਿਰ ਜਿਹੜੀ ਡਿਊਲ ਨੈਸ਼ਨਲ ਜਿਹੜੀ ਦੂਸਰੀ ਡਿਊਲ ਵੋਟ ਯੂ ਨੋ ਉਹ ਹੱਕ ਮਿਲਿਆ ਕਰਕੇ ਉਹ ਜਿਹੜਾ ਸਿੱਖਾਂ ਨੂੰ, ਮੁਸਲਮਾਨਾਂ ਨੂੰ ਔਰ ਕ੍ਰਿਸਚਨ ਨੂੰ ਪਹਿਲਾਂ ਵੀ ਸੀਗਾ ਤੇ ਫਿਰ ਉਹ ਅਛੂਤਾਂ ਨੂੰ ਵੀ ਮਿਲੇ। ਮਤਲਬ ਇਸ ਤਰੀਕੇ ਦੇ ਜਿਹੜੇ ਹੈਗੇ ਆ ਨਾ ਬਹੁਤ ਕੁਝ ਹੋਰ ਵੀ ਬਹੁਤ ਹੈਗੇ ਆ, ਪਰ ਇੰਨੇ ਕਾਫੀ ਆ ਮੇਰੇ ਖਿਆਲ। ਪਿਆਰੇ ਦਰਸ਼ਕੋ, ਟਾਈਮ ਦਾ ਜਿਹੜਾ ਅਸੀਂ ਮੱਦੇਨਜ਼ਰ ਰੱਖ ਕੇ ਨਾ ਅਸੀਂ ਬਹੁਤ ਹੀ ਸ਼ਾਰਟਕਟ ਕਰਦੇ ਹਾਂ। ਅਸੀਂ ਇਹ ਗੱਲਾਂ ਕਰਕੇ ਜਦੋਂ ਇਹ ਦੇਖਿਆ ਇਹ ਨਾ ਜਿਹੜੇ ਬੰਦੇ ਅੱਜ ਕੱਲ੍ਹ ਵੀ ਆਪਣੇ ਹਿੰਦੂ ਰਾਸ਼ਟਰ ਬਣਾਉਣਾ ਕਹਿੰਦੇ ਆ ਨਾ, ਉਹ ਮੁੜ ਕੇ ਉਹੀ ਬਣਾਉਣਾ ਚਾਹੁੰਦੇ ਜਿਹੜੇ ਪਹਿਲਾਂ ਸੀਗਾ। ਬਿਲਕੁਲ ਬਿਲਕੁਲ। ਤੇ ਇਹ ਗੱਲਾਂ ਜਿਹੜੀਆਂ ਉਹਨਾਂ ਨੂੰ ਰਾਸ ਨਹੀਂ ਸੀ ਆਈਆਂ, ਫਿਰ ਇਸ ਕਰਕੇ ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਵਿਦਰੋਹ ਸ਼ੁਰੂ ਕੀਤਾ। ਦੇਖੋ ਗੱਲ ਇੱਦਾਂ ਸੀਗੀ ਵੀ ਤਕਰੀਬਨ 800 ਸਾਲ ਜਿਹੜੇ ਆ ਨਾ ਅੰਗਰੇਜ਼ਾਂ ਤੋਂ ਪਹਿਲਾਂ 800 ਸਾਲ ਤੋਂ ਉੱਤੇ ਜਿਹੜੇ ਆ ਖਾਸ ਤੌਰ 'ਤੇ ਮੁਸਲਿਮ ਅਤੇ ਯੂਨਾਨੀ ਉਹ ਜਿਹੜੇ ਲੋਕ ਆ ਕੇ ਇੰਡੀਆ 'ਤੇ ਹਮਲੇ ਕਰਕੇ ਉਹਨਾਂ ਨੇ ਇੰਡੀਆ 'ਤੇ ਰਾਜ ਕੀਤਾ। ਔਰ ਜਿਉਂ ਵੀ ਉਹ ਪਿਆਰੇ ਦਰਸ਼ਕੋ ਹਮਲਾ ਕਰਕੇ ਇਹ ਆ ਕਿ ਕਿਸੇ ਪਾਸਿਓਂ ਗੱਦੀ ਆਪਣੀ ਕਾਇਮ ਕਰ ਲੈਂਦੇ ਸੀ, ਜਿੱਦਾਂ ਮੁਗਲਾਂ ਨੇ ਸਾਰੇ ਇੰਡੀਆ 'ਤੇ ਕੀਤੀ ਸੀ, ਖਿਲਜੀ ਬੰਸ ਹੋਇਆ ਜਾਂ ਦੂਸਰੇ ਹੋਏ। ਔਰ ਜਿਹੜੇ ਇੱਥੇ ਦੇ ਮਤਲਬ ਅਸੀਂ ਮਤਲਬ ਇਸ ਗੱਲ ਨੂੰ ਬਿਲਕੁਲ ਨਹੀਂ ਕਹਿੰਦੇ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਆ ਭਈ ਹਿੰਦੂਆਂ ਨੇ ਆਪਣੇ ਜਿਹੜੇ ਰਿਸ਼ਤੇ ਹਾਂਜੀ ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਜੈ ਭੀਮ ਜੀ, ਬਹੁਤ ਅੱਛਾ ਪ੍ਰੋਗਰਾਮ ਦੇ ਰਹੇ ਹੋ ਤੁਸੀਂ ਆਪ।
ਜੀ ਬਹੁਤ ਵਧੀਆ ਪ੍ਰੋਗਰਾਮ, ਬਹੁਤ ਵਧੀਆ ਗੱਲਾਂ ਦੱਸ ਰਹੇ ਆ। ਮੈਨੂੰ ਗੱਲ ਯਾਦ ਆ ਗਈ ਤੁਹਾਡੀ ਗੱਲ ਕਰਨ ਤੋਂ, ਸਾਡੇ ਲੋਕਾਂ 'ਚ ਅੱਜ ਤੱਕ ਤਬਦੀਲੀ ਨਹੀਂ ਆਈ ਜੀ। ਮੈਂ ਕਿਸੇ ਇੱਕ ਮਾਤਮ ਤੇ ਗਿਆ ਸੀ ਇੱਕ ਦਫਾ ਕੁਆਂਟਰੀ ਜੀ, ਉਸ ਮੁੰਡੇ ਨੇ ਆਪਣਾ ਹੈਂਗ ਕਰ ਲਿਆ ਸੀ ਜੀ ਤੇ ਕਾਫੀ ਲੋਕ ਉਹਦੇ ਬੈਠੇ 150-200 ਬੰਦਾ ਆਪਣੇ, ਉਹ ਪਤਾ ਕੀ ਕਹਿੰਦੇ ਆ, ਕਹਿੰਦੇ ਜੀ ਇਹ ਕੱਲ ਜੋ ਗਿਆ। ਮੈਂ ਸੁਣੀ ਗਿਆ, ਬੈਠਾ ਸੁਣੀ ਗਿਆ ਸੀ ਤੇ ਮੈਨੂੰ ਕਹਿਣਾ ਪਿਆ, ਮੈਂ ਕਿਹਾ ਵੀ ਇਹ ਤਾਂ ਕੱਲ ਜੋ ਗਿਆ ਜੀ, ਜਿਹੜਾ ਹੁਣ ਦਾ ਸਮਾਂ ਹੈ। ਮੈਂ ਕਿਹਾ ਕੱਲ ਯੁੱਗ ਦੇ ਵਿੱਚ ਤੁਸੀਂ ਆਪਣੀ ਜੋ ਪ੍ਰਾਪਰਟੀ ਚਾਹੋ, ਕੋਈ ਕਪੜਾ ਚਾਹੋ, ਖਾਣਾ ਪੀਣਾ ਜੋ ਮਰਜ਼ੀ ਕਰ ਸਕਦੇ ਆ, ਇਹ ਕੱਲ ਜੋ ਗਿਆ। ਮੈਂ ਕਿਹਾ ਜਿਹੜੇ ਥੋੜਾ ਸਤਜੁਗ ਸੀ ਜਿਹਨੂੰ ਤੁਸੀਂ ਕਹਿੰਦੇ ਆ, ਜਿਹੜੇ ਤੁਹਾਡੇ ਕੋਲ ਮੂੰਹ ਨਹੀਂ ਦੇਖਣ ਦੇਖਦਾ ਜੀ ਜੀ, ਤੁਹਾਨੂੰ ਪਿੰਡ ਦੇ ਵਿੱਚ ਬੈਠਣ ਦਾ ਕਿਤੇ ਪੰਚਾਇਤ ਚ ਅਲਾਉ ਨਹੀਂ ਸੀ ਜੀ, ਤੁਹਾਨੂੰ ਕੁਝ ਵੀ ਕਰਨ ਦਾ ਨਹੀਂ ਸੀ, ਆਪਣਾ ਮੂੰਹ ਸਿਰ ਢੱਕ ਕੇ ਬਾਹਰ ਨਿਕਲਦੇ ਸੀ। ਉਹ ਮੈਂ ਕਿਹਾ ਤੁਹਾਡੇ ਸਤਜੁਗ ਸੀ ਜੀ, ਜੋ ਬਾਬਾ ਸਾਹਿਬ ਨੇ ਕਰ ਗਏ ਆ ਉਹ ਕਲਯੁਗ ਨਜ਼ਰ ਆ ਰਿਹਾ। ਮੈਂ ਕਿਹਾ ਤੁਸੀਂ ਬਾਬਾ ਸਾਹਿਬ ਨੂੰ ਪਛਾਣ ਹੀ ਨਹੀਂ ਪਾਏ ਜੀ। ਯਾਰ ਮੈਂ ਕਿਹਾ ਇਹ ਚੁੱਕ ਬਦਲ ਕੇ ਰੱਖ ਦਿੱਤਾ। ਸਾਡੇ ਲੋਕਾਂ 'ਚ ਅਜੇ ਵੀ ਇਹ ਚੀਜ਼ ਦਾ ਭੁਲੇਖਾ ਹੀ ਆ ਤੇ ਜਿਹੜੀ ਇਹ ਕਮੇਡੀਆਂ ਦੂਜੀਆਂ ਆ ਉਹ ਸਾਡੇ ਸਤਜੁਗ ਲੈ ਕੇ ਆਉਣਗੀਆਂ ਤੇ ਮੋਦੀ ਸਤਜੁਗ ਲਿਆਉਣ ਦੀ ਤਿਆਰੀ ਕਰੀ ਜਾਂਦਾ। ਜੇ ਲੋਕ ਨਾ ਸਮਝੇ ਤਾਂ ਬਹੁਤ ਪਛਤਾਉਣਗੇ। ਜੋ ਆਰਐਸਐਸ ਦੀ ਪਲਾਨਿੰਗ ਬਣਾ ਕੇ ਰੱਖੀ ਇਹਨਾਂ ਨੇ, ਜੋ ਕਰ ਰਹੇ ਆ ਜੀ, ਸੋ ਇਹ ਚੀਜ਼ ਦੇ ਉੱਤੇ ਡਟਦੇ ਜਾਂਦੇ ਆ ਕਿ ਅਸੀਂ ਇਹ ਮੁੜ ਕੇ ਲਿਆਈਏ ਉੱਥੇ ਹੀ। ਕਹਿੰਦੇ ਵੀ ਸੀ ਅਸੀਂ ਮੁੜ ਕੇ ਉੱਥੇ ਲਿਜਾਣੇ ਆ, ਪਰ ਜੇ ਸਾਡੇ ਲੋਕਾਂ ਦੇ ਵਿੱਚ ਅੱਜ ਦੀ ਜਾਗਰਤੀ ਨਾ ਆਈ। ਮੈਂ ਬਹੁਤ ਵਧੀਆ ਗੱਲਾਂ ਸੁਣਦਾ ਰਹਿੰਦਾ ਟੈਲੀਵਿਜ਼ਨ ਤੋਂ ਬਾਹਰ, ਉੱਦਾਂ ਵੀ ਰੇਡੀਓ ਵੀ, ਕਈ ਲੋਕ ਬੜੀ ਅੱਛੀ ਗੱਲ ਨੇ ਜੀ, ਉਹ ਤਾਂ ਏਦਾਂ ਸੀ, ਉਹ ਏਦਾਂ ਸੀ। ਤੇ ਦੇਖੋ ਹੁਣ ਲੋੜ ਹੈ ਸਮਝਣ ਦੀ, ਹੁਣ ਵਕਤ ਏਦਾਂ ਦਾ ਆ। ਭਾਜੀ ਨਾਂ ਵੀ ਦੱਸਿਓ ਜਰਾ ਆਪਣਾ। ਮੈਂ ਮੂਰਤੀਮਾਲ ਬੋਲਦਾ। ਹਾਂਜੀ, ਰੂਪ ਲਾਲ, ਥੈਂਕ ਯੂ। ਮੂਰਤੀਮਾਲ ਬੋਲਦਾ, ਮਾਲ ਬੋਲਦਾ। ਅੱਛਾ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਹਿੰਦੂਆਂ ਨੇ ਜਿਹੜੇ ਵੀ ਬਾਹਰਲੇ ਹੁਕਮਰਾਨ ਆਏ ਜੀ, ਉਹਨਾਂ ਦੇ ਨਾਲ ਰਿਸ਼ਤੇ ਜੋੜ ਲਏ ਜੀ ਜੀ, ਬਿਲਕੁਲ ਹੈ ਜੀ। ਬਹੂ ਬੇਟੀਆਂ ਉਹਨਾਂ ਦੇ ਵਿਆਹ ਕੇ ਰਾਜਿਆਂ ਨੂੰ ਦੇ ਕੇ ਅੱਜ ਲਵ ਜਿਹਾਦ ਦਾ ਰੌਲਾ ਪਾਉਂਦੇ ਆ। ਹਾਂ, ਮੈਂ ਪਹਿਲਾਂ ਆਪ ਰਿਸ਼ਤੇ ਨਾਤੇ ਉਹਨਾਂ ਨੇ ਕੀਤੇ ਆ। ਉਹ ਲਵ ਤੋਂ ਬਿਨਾਂ ਹੀ ਅੱਜ ਦਾ ਲਵ ਹੁੰਦਾ ਆ ਤਾਂ ਰਿਸ਼ਤਾ ਨਾਤਾ ਕੁੜੀਆਂ ਮੁੰਡੇ ਕਰਦੇ ਆ। ਉਦੋਂ ਇਹ ਆ ਕਿ ਬੇਟੀਆਂ ਨੂੰ ਪੁੱਛਿਆ ਵੀ ਨਹੀਂ ਜਾਂਦਾ ਸੀ, ਹੈ ਜੀ। ਔਰ ਇਹ ਆ ਕਿ ਰਾਜਿਆਂ ਨੂੰ ਦੇ ਕੇ ਆ ਕੇ ਵਾਅਦਾ ਕਰਕੇ ਘਰੋਂ ਡੋਲੀ ਤੋੜ ਦਿੰਦੇ ਸੀ ਜੀ ਜੀ। ਔਰਤ ਦੀ ਬੱਚੀ ਦੀ ਕੋਈ ਗੱਲਬਾਤ ਨਹੀਂ ਸੀ। ਹੈਲੋ ਜੀ, ਜੈ ਗੁਰਦੇਵ, ਜੈ ਪੀਰ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਗੁੱਡ ਈਵਨਿੰਗ। ਮੈਂ ਮੁਹੰਮਦ ਬੋਲ ਰਿਹਾ ਸਰ। ਹਾਂਜੀ, ਮੁਹੰਮਦ ਹੈ ਮੇਰਾ ਨਾਮ। ਮੁਹੰਮਦ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ। ਕੀ ਕਹਿਣਾ ਚਾਹੁੰਦੇ? ਮੈਂ ਤੁਹਾਡਾ ਪ੍ਰੋਗਰਾਮ ਦੱਸ ਰਿਹਾ, ਤੁਸੀਂ ਪੁਰਾਣੀ ਹਿਸਟਰੀ ਦੱਸ ਰਹੇ ਹੋ ਤੇ ਮੈਂ ਉਹਦੇ ਜ਼ਰਾ ਕੁਝ ਕਰੈਕਸ਼ਨ ਕਰਨਾ ਚਾਹਨਾ। ਯੂਨੀਵਰਸਿਟੀਆਂ ਦੀ ਤੁਸੀਂ ਗੱਲ ਕੀਤੀ ਹੈ, ਮਦਰਾਸ, ਬੰਬੇ ਤੇ ਕਲਕੱਤਾ ਯੂਨੀਵਰਸਿਟੀ ਜਿਹੜੀਆਂ ਨੇ 1857 ਚ ਕਾਇਮ ਹੋਈਆਂ ਸਨ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ 1882 ਚ ਕੰਮ ਹੋਏ ਸੀ। ਇੱਕ ਦੂਸਰੀ ਗੱਲ ਕਰਨਾ ਚਾਹਨਾ ਕਿ ਜਦੋਂ ਪਾਕਿਸਤਾਨ ਤੇ ਇੰਡੀਆ ਦੀ ਪਾਰਟੀਸ਼ਨ ਹੋਈ ਸੀ ਨਾ, ਤੇ ਪਾਕਿਸਤਾਨ ਦਾ ਪਹਿਲਾ ਕੈਪੀਟਲ ਕਰਾਚੀ ਸੀ, ਲੇਕਿਨ ਸਨ 1960 ਚ ਅਯੂਬ ਖਾਨ ਸੀ ਸਦਰ, ਉਹਨੇ ਕਰਾਚੀ ਤੋਂ ਇਸਲਾਮਾਬਾਦ ਕੈਪੀਟਲ ਟ੍ਰਾਂਸਫਰ ਕੀਤਾ ਸੀ। ਜੀ ਜੀ ਜੀ। ਹੈਲੋ, ਹਾਂਜੀ ਹਾਂਜੀ, ਬੋਲੋ। ਬਸ ਇਹ ਮੈਂ ਕਿਹਾ ਜਰਾ ਮੇਰੀ ਵੀ ਇਨਫੋਰਮੇਸ਼ਨ ਹੈ, ਮੈਂ ਥੋੜੀ ਜਿਹੀ ਮੈਂ ਕਿਹਾ ਪਾਸ ਆਨ ਕਰ ਦੇਵਾਂ ਕਿ ਪਾਕਿਸਤਾਨ ਦਾ ਪਹਿਲਾ ਕੈਪੀਟਲ ਕਰਾਚੀ ਸੀ, ਲਾਹੌਰ ਨਹੀਂ ਸੀ, ਕਰਾਚੀ ਸੀ। ਫਿਰ ਉਹ ਸਨ 1960 ਚ ਅਯੂਬ ਖਾਨ ਸਦਰ ਸੀ, ਫੀਲਡ ਮਾਰਸ਼ਲ, ਉਹਨੇ ਇਸਲਾਮਾਬਾਦ ਰਾਵਲਪਿੰਡੀ ਦੇ ਟਵਿਨ ਸਿਟੀ ਬਣਾਇਆ ਸੀ ਤੇ ਉਹਨੂੰ ਕੈਪੀਟਲ ਬਣਾ ਦਿੱਤਾ ਸੀ। ਜੀ ਜੀ, ਥੈਂਕ ਯੂ ਵੈਰੀ ਮੱਚ, ਥੈਂਕਸ ਫॉर द ਇਨਫੋਰਮੇਸ਼ਨ। ਅਸੀਂ ਜੋ ਕੁਝ ਦੱਸਦੇ ਹਾਂ, ਬਹੁਤ ਕੁਝ ਹੋਇਆ ਪਿਆਰੇ ਦਰਸ਼ਕੋ ਉਸ ਟਾਈਮ ਦੇ ਵਿੱਚ। ਤਕਰੀਬਨ 1940 ਤੋਂ ਲਾ ਕੇ ਨਾ 1947 ਤੱਕ ਬਹੁਤ ਕੁਝ ਹੋਇਆ। ਇਹ ਆ ਕਿ ਹੁਣ 40-50 ਮਿੰਟ ਦੇ ਵਿੱਚ ਸਾਰਾ ਕੁਝ ਦੱਸਣਾ ਬਹੁਤ ਮੁਸ਼ਕਿਲ ਹੈਗਾ, ਹੈ ਜੀ। ਔਰ ਮੈਂ ਇਹ ਦੱਸ ਰਿਹਾ ਸੀਗਾ ਕਿ ਜਿੰਨੇ ਵੀ ਹੁਕਮਰਾਨ ਬਾਹਰੋਂ ਆਏ ਨਾ, ਉਹ ਇਹਨਾਂ ਨੇ ਉਹਨਾਂ ਦੇ ਨਾਲ ਰਿਸ਼ਤੇ ਜੋੜ ਕੇ ਆਪ ਵਜ਼ੀਰੀਆਂ ਲੈ ਲਈਆਂ, ਆਪ ਜਾਇਦਾਦਾਂ ਲੈ ਲਈਆਂ, ਆਪ ਪਿੰਡਾਂ ਦੇ ਪਿੰਡ ਲੈ ਲੈ। ਜਿਹੜੇ ਜਗੀਰਦਾਰ ਅੱਜ ਕੱਲ੍ਹ ਕਹਾਉਂਦੇ ਨਾ, ਬੜੇ ਬੜੇ ਪਿੰਡਾਂ ਦੇ ਪਿੰਡ ਸੀਗੇ, ਯੂਪੀ 'ਚ ਖਤਮ ਹੋ ਗਏ ਆ। ਔਰ ਉਹਨਾਂ ਨੇ ਆਪਣੀ ਜ਼ਮੀਨ ਦਾ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿੰਨੀ ਆ। ਔਰ ਰਾਜਸਥਾਨ 'ਚ, ਬਿਹਾਰ ਦੇ ਵਿੱਚ ਇਹ ਇਲਾਕੇ ਜਿਹੜੇ ਆ, ਪਿੰਡਾਂ ਦੇ ਪਿੰਡ ਉਹਨਾਂ ਨੂੰ ਅਲਾਟਮੈਂਟ ਕਰ ਦਿੰਦੇ ਸੀ। ਇਹ ਕਹਿੰਦੇ ਸੀ ਕਿ ਤੁਸੀਂ ਵੀ ਬਾਹਰੋਂ ਆਏ ਹੋ, ਅਸੀਂ ਵੀ ਬਾਹਰੋਂ ਆਏ ਹੋ, ਹਾਂ ਵੀ ਆਪਾਂ ਇੱਥੇ ਰਾਜ ਕਰਨਾ, ਰਲ ਮਿਲ ਕੇ ਕਰਦੇ ਆ। ਬਿਲਕੁਲ ਬਿਲਕੁਲ, ਇਹਨਾਂ ਨੇ ਕਦੀ ਵਿਰੋਧ ਨਹੀਂ ਕੀਤਾ ਉਹਨਾਂ ਦਾ। ਬਿਲਕੁਲ ਬਿਲਕੁਲ। ਰਿਸ਼ਤੇਦਾਰੀਆਂ ਜਿੱਦਾਂ ਤੁਸੀਂ ਦੱਸਿਆ, ਰਿਸ਼ਤੇਦਾਰੀਆਂ ਕਰਕੇ ਜਿਹੜੇ ਆਪਣੇ ਉੱਥੇ ਮੂਲ ਨਿਵਾਸੀ ਸੀਗੇ ਜਿਹੜੇ, ਉਹਨਾਂ ਲੋਕਾਂ ਨੂੰ ਦਬਾਈ ਰੱਖਿਆ। ਔਰ ਹੁਣ ਜਿਹੜੀ ਤੁਸੀਂ ਗੱਲ ਦੱਸੀ ਆ ਨਾ,
ਇਹਨਾਂ ਨੂੰ ਇਹ ਆ ਕਿ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ ਜੀ ਭਈ ਇਹ ਜਿਹੜੇ ਮੂਲ ਨਿਵਾਸੀ ਆ ਇਹ ਥੱਲੇ ਬਹਿੰਦੇ ਸੀ, ਇਹ ਕੁਰਸੀ ਤੇ ਬਹਿਣ ਲੱਗ ਪਿਆ। ਆਹੋ 1835 ਦੇ ਵਿੱਚ ਕੁਰਸੀ ਤੇ ਬੈਠਣ ਦਾ ਹੱਕ ਮਿਲਿਆ ਔਰ 1818 ਦੇ ਵਿੱਚ ਕੋਰੇਗਾਂ ਹੋਇਆ ਜੀ, ਹੈ ਨੀ, ਕੋਰੇਗਾਂ ਦੀ ਲੜਾਈ ਆਪਾਂ ਬਹੁਤ ਵਾਰੀ ਦੱਸੀ ਆ। ਔਰ ਇਹੋ ਜਿਹੇ ਛੋਟੀਆਂ ਮੋਟੀਆਂ ਜਿਹੜੀਆਂ ਨਾ ਬਗਾਵਤਾਂ ਆਦੀਵਾਸੀਆਂ ਵੱਲੋਂ ਉਸ ਟਾਈਮ ਤੇ ਬਹੁਤ ਹੋਈਆਂ, ਪਰ ਲਿਖਣ ਵਾਲੇ ਹੈ ਨਹੀਂ ਸੀਗੇ, ਹੈ ਜੀ। ਉਹ ਜਿੰਨੀਆਂ ਦੇ ਉੱਤੇ ਇਹ ਆ ਕਿ ਫੱਟੀ ਦੇ ਉੱਤੇ ਪੋਚਾ ਫੇਰ ਕੇ ਉਹ ਸਾਰਾ ਕੁਝ ਉੱਦਾਂ ਹੀ ਰੱਖਿਆ, ਹੈ ਜੀ, ਕਿਸੇ ਨੇ ਦੱਸਿਆ ਨਹੀਂ ਹੈਗਾ, ਹੈ ਜੀ। ਚਲੋ ਹੁਣ ਆਪਾਂ ਥੋੜ੍ਹਾ ਜਿਹਾ ਇਸ ਗੱਲ 'ਤੇ ਆਉਂਦੇ ਆ ਕਿ ਕਹਿੰਦੇ ਭੂਤ ਕਾਲ 'ਚੋਂ ਆਪਾਂ ਪ੍ਰੈਜੈਂਟ ਕਾਲ ਜਿਹੜਾ ਹੈਗਾ ਉਹਦੇ ਵਿੱਚ ਆਈਏ ਜੀ। ਭਈ ਅਸੀਂ ਪਿਆਰੇ ਦਰਸ਼ਕੋ ਕਰਦੇ ਕਲਯੁਗ 'ਚ ਨਾ ਚਲੇ ਜਾਓ। ਹਾਂ ਨਹੀਂ ਉਹ ਕਲਯੁਗ ਹੀ ਸੀਗਾ, ਭੂਤ ਕਾਲ ਉਹ। ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਅੱਜ ਕੱਲ੍ਹ ਦੇਖੋ ਉਹਦੇ ਜੋ ਕੁਛ ਪਿਛਲੇ ਜ਼ਮਾਨੇ 'ਚ ਉਸ ਟਾਈਮ ਦੇ ਵਿੱਚ ਹੋਇਆ 47 ਤੋਂ ਪਹਿਲਾਂ ਜਾਂ 40 ਤੋਂ ਪਹਿਲਾਂ, ਔਰ ਉਸ ਤੋਂ ਬਾਅਦ ਮੈਂ ਗੱਲ ਦੱਸੀ ਸੀ ਕਿ ਲੋਕਾਂ ਨੂੰ ਇੱਕ ਉਮੀਦ ਸੀਗੀ ਕਿ ਭਾਰਤ ਆਜ਼ਾਦ ਹੋ ਜਾਏਗਾ, ਸਾਡੀਆਂ ਜਿਹੜੀਆਂ ਗਰੀਬੀ ਦੀਆਂ ਜੰਜੀਰਾਂ ਉਹ ਟੁੱਟ ਜਾਊਗੀਆਂ, ਰੋਟੀ ਕੱਪੜਾ ਮਕਾਨ ਆਸਾਨ ਹੋ ਜਾਏਗਾ, ਸਮਾਜਿਕ ਤੌਰ 'ਤੇ ਆਰਥਿਕ ਤੌਰ 'ਤੇ ਅਸੀਂ ਬਰਾਬਰ ਹੋ ਜਾਵਾਂਗੇ। ਔਰ ਬਾਬਾ ਸਾਹਿਬ ਨੇ ਵੀ ਕਿਹਾ ਸੀਗਾ ਕਿ ਸਿਆਸੀ ਤੌਰ 'ਤੇ ਤੁਸੀਂ ਬਰਾਬਰ ਹੋ ਗਏ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਕੌਣ ਤੇ ਕਿੱਥੋਂ ਸਾਹਿਬ ਜੀ? ਜੀ ਮੈਂ ਨਮਸਤੇ, ਸਤਿ ਸ੍ਰੀ ਅਕਾਲ, ਮੈਂ ਅਫਜ਼ਲ ਖਾਨ ਬੋਲ ਰਿਹਾ ਕੈਂਟ ਤੋਂ। ਹਾਂਜੀ, ਤੁਹਾਡਾ ਸਵਾਗਤ ਹੈ ਜੀ ਖਾਨ ਜੀ, ਕੀ ਕਹਿਣਾ? ਮਿਹਰਬਾਨੀ ਜੀ ਬੜੀ ਜੀ। ਤੁਸੀਂ ਪਾਣੀ ਹਿਸਟਰੀ ਦੀ ਗੱਲ ਕਰ ਰਹੇ ਹੋ ਔਰ ਆਮ ਅਸੀਂ ਗੋਰਿਆਂ ਦੀ ਵੀ ਹਿਸਟਰੀ ਜੀ ਵਗੈਰਾ ਮੈਂਸ਼ਨ ਕਰਨੇ ਆ ਜੀ ਜੀ। ਹੁਣ ਤੁਸੀਂ ਫੈਕਟਸ ਇਹ ਵੀ ਦੇਖੋ ਜੀ ਕਿ ਇੰਡੀਆ ਵਿੱਚ ਪਹਿਲਾਂ ਅਲੈਗਜ਼ੈਂਡਰ ਨੇ ਹਮਲਾ ਕੀਤਾ ਜੀ, ਠੀਕ ਹੈ ਜੀ। ਹਾਂਜੀ ਹਾਂਜੀ। ਈਰਾਨ ਨੇ, ਇਜਿਪਟ ਵਗੈਰਾ, ਈਰਾਨ, ਹਾਂਜੀ, ਜਿਹੜਾ ਹੁਣ ਨਾਰਥਰਨ ਇੰਡੀਆ ਸੀ ਉਸ ਵੇਲੇ ਹੁਣ ਪਾਕਿਸਤਾਨ ਹੈ, ਅਫਗਾਨਿਸਤਾਨ ਤੱਕ। ਹਾਂਜੀ ਹਾਂਜੀ ਜੀ ਹਾਂ। ਉਹਦੇ ਬਾਅਦ ਮੁਸਲਮਾਨ ਆਏ, ਉਹਨਾਂ ਨੇ ਮਹਿਮੂਦ ਗਜ਼ਨੀ ਵਗੈਰਾ ਨੇ ਖੂਬ ਹਮਲੇ ਕੀਤੇ, ਕਾਫੀ ਲੁੱਟਿਆ, ਬਹੁਤ ਕੁਝ ਚੀਜ਼ਾਂ ਆਪਣੇ ਮੁਲਕ ਲੈ ਗਏ। ਠੀਕ ਹੈ। ਇੱਕ ਗੱਲ ਜੋੜਨੀ ਚਾਹੁੰਦਾ, ਅਲੈਗਜ਼ੈਂਡਰ ਦੇ ਟਾਈਮ ਤੇ ਹੀ ਭਾਰਤ ਦੇ ਵਿੱਚ ਜੈ ਚੰਦ ਹੋਇਆ। ਅੱਛਾ। ਉਹ ਬੜਾ ਇਤਿਹਾਸ ਦੇ ਵਿੱਚ ਮਸ਼ਹੂਰ ਹੈ ਕਿ ਉਹਨੇ ਭਾਰਤ ਦੇ ਵਿੱਚ ਅਲੈਗਜ਼ੈਂਡਰ ਦੀ ਹਾਰ ਹੁੰਦੀ ਸੀ ਔਰ ਉਸ ਬੰਦੇ ਨੇ ਜਾ ਕੇ ਉਹਦੇ ਨਾਲ ਖੁਫੀਆ ਤੌਰ ਤੇ ਕਈ ਗੱਲਾਂ ਦੱਸੀਆਂ, ਭੇਜ ਦਿੱਤਾ, ਜਿਸ ਕਰਕੇ ਅਲੈਗਜ਼ੈਂਡਰ ਦੀ ਜਿੱਤ ਹੋਈ। ਉਹ ਅੱਛਾ। ਹਾਂਜੀ ਹਾਂਜੀ, ਇਹ ਮੈਨੂੰ ਨਹੀਂ ਸੀ ਪਤਾ। ਜੈ ਚੰਦ ਸਾਡੇ ਤਾਂ ਮਸ਼ਹੂਰ ਹੈ, ਇੱਕ ਦੂਜੇ ਨੂੰ ਕਹਿੰਦੇ ਜਾ ਤੂੰ ਜੈ ਚੰਦ ਆ। ਅੱਛਾ ਅੱਛਾ। ਹਾਂਜੀ ਹਾਂਜੀ, ਦੱਸੋ। ਅੱਛਾ, ਹੁਣ ਮੈਂ ਇਹ ਕਹਿ ਰਿਹਾ ਹਾਂ ਕਿ ਉਹਨਾਂ ਨੇ ਮਹਿਮੂਦ ਗਜ਼ਨੀ ਵਗੈਰਾ ਸਾਰਿਆਂ ਨੇ ਕਾਫੀ ਲੁੱਟਿਆ, ਮੰਦਰ ਵਗੈਰਾ ਸਾਰੇ, ਸੋਨਾ ਵਗੈਰਾ ਸਾਰੇ ਲੈ ਗਏ। ਹਾਂਜੀ। ਹੁਣ ਉਹਨਾਂ ਮੁਲਕਾਂ ਜਿਹਨਾਂ ਇਹਨਾਂ ਨੇ ਲੁੱਟਿਆ, ਅਫਗਾਨਿਸਤਾਨ ਵਗੈਰਾ ਜਿੱਥੇ ਪੈਸਾ ਗਿਆ ਜੀ, ਉਹ ਮੁਲਕ ਅਜੇ ਕੁਛ ਵੀ ਨਹੀਂ ਨਾ, ਉਹ ਅਜੇ ਪਾਵਰਟੀ ਦੇ ਵਿੱਚ ਜੀ। ਹੁਣ ਗੋਰਿਆਂ ਨੇ ਜੋ ਕੁਛ ਕੀਤਾ, ਆਪਣਾ ਮੁਲਕ ਸਾਨੂੰ ਲੁੱਟਿਆ, ਜਾਂ ਤੁਸੀਂ ਜਿਸ ਤਰ੍ਹਾਂ ਸੀ ਸਟੋਰੀ ਕਹਿੰਦੇ ਜੀ ਵੈਸਟ ਇੰਡੀਜ਼ ਇੰਡੀਆ ਨੂੰ ਖਾ ਗਏ, ਇਹ ਕਰ ਗਏ ਉਹ ਕਰ ਗਏ, ਲੇਕਿਨ ਇਹਨਾਂ ਨੇ ਆਪਣਾ ਮੁਲਕ ਬਣਾਇਆ ਜੀ, ਠੀਕ ਹੈ ਨਾ। ਤੇ ਇਸ ਮੁਲਕ ਜਿਹੜਾ ਬਣਿਆ ਹੋਇਆ ਉੱਥੇ ਹੁਣ ਅਸੀਂ ਬੈਠੇ ਹੋਏ ਆ ਜੀ, ਮੁਫਤ ਦੀਆਂ ਖਾ ਰਹੇ ਆ, ਮੁਫਤ ਦੀਆਂ ਖਾ ਰਹੇ ਆ ਨਾ, ਇਹਨਾਂ ਤੇ ਵੀ ਮੁਫਤ ਹੈ, ਬਿਮਾਰੀਆਂ ਵੀ ਕਿ ਨਾ, ਦਵਾਈ ਮੁਫਤ ਹੈ, ਐਜੂਕੇਸ਼ਨ ਮੁਫਤ ਹੈ ਜੀ। ਤੇ ਅਸੀਂ ਇਹ ਵੀ ਸੋਚੀਏ ਵੀ ਕੁਛ ਦੇਰ ਇਜ਼ ਸਮਥਿੰਗ ਇਹਨਾਂ ਨੇ ਗੋਰਿਆਂ ਜਿਹੜਾ ਕੀਤਾ ਹੋਇਆ ਆਪਣਾ ਮੁਲਕ ਬਣਾਇਆ ਹੋਇਆ। ਬਿਲਕੁਲ। ਜਿਹੜੇ ਹੋਰ ਇੰਡੀਆ ਵਿੱਚ ਜਾਂ ਹੋਰ ਜ਼ਿਲ੍ਹਿਆਂ ਦੇ ਹੋਰ ਉਹਨੇ ਕੀ ਬਣਾਇਆ? ਕੁਛ ਵੀ ਨਹੀਂ। ਅਫਗਾਨਿਸਤਾਨ, ਤੁਰਕਿਸਤਾਨ ਸਾਰਾ ਬੁਰਾ ਹਾਲ ਹੈ ਜੀ ਜੀ, ਨਾ ਖਾਣ ਨੂੰ ਨਾ ਪੀਣ ਨੂੰ ਜੀ, ਔਰ ਇੰਜ ਰਹਿ ਗਏ। ਅੱਛਾ ਜੀ, ਬਹੁਤ ਵੈਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਇੱਕ ਗੱਲ ਹੋਰ ਪਿਆਰੇ ਦਰਸ਼ਕੋ ਮੈਂ ਕਹਿਣੀ ਚਾਹੁੰਦਾ, ਅਸੀਂ ਜਿਸਲੇ ਗੱਲ ਕਰਦੇ ਹਾਂ ਨਾ ਰਾਜੇ ਮਹਾਰਾਜਿਆਂ ਦੀ, ਔਰ ਰਾਜੇ ਮਹਾਰਾਜਿਆਂ ਦੇ ਨਾਲ ਰਾਜਿਆਂ ਦੇ ਜਿਹੜੇ ਕਿਲੇ ਸੀਗੇ ਭਾਰਤ ਦੇ ਵਿੱਚ ਹਜ਼ਾਰਾਂ ਹੀ ਕਿਲੇ ਆ ਜੀ, ਔਰ ਜਿੱਦਾਂ ਤਾਜ ਮਹਿਲ ਆ ਜਾਂ ਹੋਰ ਕਿਲੇ ਆ। ਪਿਆਰੇ ਦਰਸ਼ਕੋ, ਤੁਸੀਂ ਇਹ ਅੰਦਾਜ਼ਾ ਲਾਓ ਕਿ ਹਰ ਇੱਕ ਰਾਜਾ ਜਾਂ ਰਿਆਸਤ ਦਾ ਜਿਹੜਾ ਕੋਈ ਵੀ ਛੋਟਾ ਮੋਟਾ ਸੀਗਾ, ਉਹਦੀ ਇੱਕ ਖਾਸ਼ ਹੁੰਦੀ ਸੀ ਕਿ ਮੇਰਾ ਬਹੁਤ ਵੱਡਾ ਕਿਲਾ ਹੋਵੇ ਦਿਖਾਉਣ ਵਾਸਤੇ। ਠੀਕ ਹੈ। ਲੋਕਾਂ ਨੂੰ ਰੋਟੀ ਮਿਲੇ ਚਾਹੇ ਨਾ ਮਿਲੇ, ਉਹਨਾਂ ਨੇ ਆਪਣਾ ਕਿਲਾ ਜ਼ਰੂਰ ਬਣਾਉਣਾ। ਬਿਲਕੁਲ। ਔਰ ਕਿਲਾ ਬਣਾ ਕੇ ਉੱਥੇ ਇੱਕ ਨਹੀਂ ਰਾਣੀ ਰਾਜਾ ਨਹੀਂ ਰਹਿਣੇ, ਉੱਥੇ ਕਈ ਰਾਣੀਆਂ ਉਹਨਾਂ ਨੇ ਰੱਖਣੀਆਂ ਜੀ। ਹਾਂ, ਅਯਾਸ਼ੀ ਉਹਨਾਂ ਦੀ ਸੀ। ਭਾਰਤ ਦੇ ਵਿੱਚ ਕੋਈ ਸੜਕਾਂ ਨਹੀਂ,
ਸਨ, ਕੋਈ ਡਿਵੈਲਪਮੈਂਟ ਨਹੀਂ ਸੀਗੀ, ਕੋਈ ਉੱਥੇ ਮਤਲਬ ਕਿਸੇ ਕਿਸਮ ਦੀ ਇਰੀਗੇਸ਼ਨ, ਜਿਸ ਤਰ੍ਹਾਂ ਨਹਿਰਾਂ ਹੀ ਕੱਢ ਦਿਓ, ਖੇਤੀਬਾੜੀ ਦੀ ਜੋ ਕੁਛ ਹੈ ਉਹ ਨਹੀਂ ਸੀਗੀ। ਔਰ ਹਾਲੇ ਤੱਕ ਆਜ਼ਾਦੀ ਤੋਂ ਬਾਅਦ ਤੱਕ ਵੀ ਲੋਕ ਕੁਛ ਨਾ ਸੀ, ਲੋਕ ਉਹ ਢੱਗੇ ਜੋੜ ਕੇ ਬੌਧ ਜੋੜ ਕੇ ਉਹ ਵੀ ਰੋਂਦੇ ਪਏ, ਉਹ ਸਾਰਿਆਂ ਦੇ ਹੱਥ ਹੀ ਜਾਣਾ ਹੈ। ਹਾਂਜੀ, ਸਾਰਿਆਂ ਦੇ ਹੱਥ ਹੀ ਜਾਣਾ ਹੈ। ਬਿਲਕੁਲ ਬਿਲਕੁਲ। ਔਰ ਯੂਪੀ ਦੇ ਵਿੱਚ ਦੇਖੋ ਕਿ ਸਾਰੀ ਬੇਆਵਾਜ਼ ਪਈ ਸੀ। ਪਾਕਿਸਤਾਨ ਦੇ ਵਿੱਚ ਸਰਗੋਧਾ ਜਿਹੜਾ ਹੈਗਾ ਉਹ ਸਾਰਾ ਬੇਆਵਾਜ਼ ਸੀਗਾ। ਔਰ ਇਹ ਆ ਕਿ ਲੋਕਾਂ ਨੂੰ ਪਤਾ ਨਹੀਂ ਸੀ ਸਾਡੀ ਜਗੀਰ ਕਿੰਨੀ ਆ। ਹਾਂਜੀ, ਠੀਕ ਹੈ ਨਾ। ਹਾਂਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਕਹਿਣ ਲੱਗਾ ਸੀਗਾ ਕਿ ਜਿਹੜੀ ਇਰੀਗੇਸ਼ਨ ਵਗੈਰਾ ਜਿਹੜੀ ਹੋਈ ਹੈਗੀ ਆ, ਡੈਮ ਬਣੇ ਆ, ਬਿਜਲੀ ਆਈ ਹੈਗੀ ਆ, ਨਹਿਰਾਂ ਆਈਆਂ ਹੈਗੀਆਂ, ਤੇ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ 1942 ਤੋਂ ਲੈ ਕੇ 1946 ਤੱਕ ਗੋਰਿਆਂ ਦੀ ਸਰਕਾਰ ਵਿੱਚ ਉਹ ਲੇਬਰ ਮਿਨਿਸਟਰ ਬਣੇ, ਲੇਬਰ ਮਿਨਿਸਟਰ ਸੀਗੇ। ਔਰ ਜਿਹੜੇ ਉਸ ਦੌਰਾਨ ਹੀ ਆ ਬਣੇ ਸਾਰੇ ਭਾਖੜਾ ਡੈਮ ਵੀ, ਹੋਰ ਹੀਰਾਕੰਡ ਡੈਮ ਵੀ, ਤੇ ਹੋਰ ਬਾਕੀ ਦੇ ਡੈਮ, 8 ਡੈਮ ਮਤਲਬ 4 ਸਾਲਾਂ ਦੇ ਵਿੱਚ ਉਹਨੇ ਕੰਪਲੀਟ ਕਰਵਾਏ। ਜਿਨ੍ਹਾਂ ਨਹਿਰਾਂ ਦਾ ਵਿੱਚ, ਜਿਹਦੇ ਕਰਕੇ ਆਪਾਂ ਕਹਿੰਦੇ ਨਾ ਹਰੀ ਕ੍ਰਾਂਤੀ ਪੰਜਾਬ 'ਚ ਆਈ ਜੀ, ਯੂ ਨੋ, ਤੇ ਉਹ ਇਹਨਾਂ ਨਹਿਰਾਂ ਕਰਕੇ ਆਈ ਆ, ਬਿਜਲੀ ਕਰਕੇ ਆਈ ਆ, ਯੂ ਨੋ। ਸਾਰੇ ਬਾਬਾ ਸਾਹਿਬ ਦਾ ਪ੍ਰੋਜੈਕਟ ਸੀਗਾ। ਬਿਲਕੁਲ ਬਿਲਕੁਲ। ਜਿਹੜਾ ਕਿ ਕ੍ਰੈਡਿਟ ਜਿਹੜੇ ਹੈਗੇ ਆ ਉਹ ਨਹਿਰੂ ਹੁਣੀ ਲੈਂਦੇ ਆ, ਆਪਣੇ ਲੋਕਾਂ ਤੋਂ ਪਤਾ ਨਹੀਂ ਸੀਗਾ, ਹੁਣ ਪਤਾ ਲੱਗਦਾ ਹੈਗਾ ਤੇ ਗੱਲਾਂ ਸਾਹਮਣੇ ਆ ਰਹੀਆਂ ਹੈਗੀਆਂ। ਦਵਿੰਦਰ ਜੀ, ਇਸ ਹਫ਼ਤੇ ਨਾ ਪਰਸੋਂ ਚੌਥ ਮੈਂ ਨਾ ਬਾਈ ਚਾਂਸ ਸੋਨੀ ਟੀਵੀ ਲਾ ਲਿਆ ਜੀ, ਔਰ ਉੱਥੇ 1 ਕਰੋੜ ਇੱਕ ਲੜਕੀ ਜਿੱਤ ਕੇ ਗਈ ਜੀ। ਔਰ 1 ਕਰੋੜ ਦਾ ਸਵਾਲ ਕਿਹੜਾ ਸੀਗਾ? ਨਹੀਂ, ਉਹ 7 ਕਰੋੜ ਦਾ ਸਵਾਲ ਸੀ। ਜਿਹੜਾ ਜੇ ਉਹ ਜਿੱਤਦਾ, ਉਹ ਸਵਾਲ ਸਹੀ ਦੱਸ ਦਿੰਦੇ ਨਾ, ਨਹੀਂ ਉਹਨੇ 7 ਕਰੋੜ ਜਿੱਤਣਾ ਸੀ। ਨਹੀਂ, ਉਹ 7 ਕਰੋੜ ਦਾ ਸਵਾਲ ਨਹੀਂ। ਜਿਹੜਾ 1 ਕਰੋੜ ਜਿੱਤਿਆ ਉਹ ਸੀਗਾ ਕਿ ਬਾਬਾ ਸਾਹਿਬ ਉਹਨਾਂ ਨੂੰ 1923 ਦੇ ਵਿੱਚ ਇੰਡੀਆ ਇੰਗਲੈਂਡ ਦੇ ਵਿੱਚੋਂ ਕਿਹੜੀ ਡਾਕਟਰੀ ਦੀ ਉਹਨੇ ਥੀਸਿਸ ਲਿਖਿਆ ਸੀ, ਔਰ ਉਹਦੀ ਹੈਡਿੰਗ ਕੀ ਸੀਗੀ? ਹਾਂਜੀ, ਭਾਈ ਪ੍ਰੋਬਲਮ ਆਫ ਰੂਪੀਜ਼। ਉਹ ਪ੍ਰੋਬਲਮ ਆਫ ਰੂਪੀ। ਦੇਖੋ, ਲੜਕੀ ਜਿਹੜੀ ਉਹ ਪਿਆਰੇ ਦਰਸ਼ਕੋ ਬਲਾਈਂਡ ਸੀ, ਨੇਤਰਹੀਨ ਸੀਗੀ, ਔਰ ਉਹਨੇ ਸਹੀ ਜਵਾਬ ਦੇ ਕੇ 1 ਕਰੋੜ ਜਿੱਤਿਆ। ਉਸ ਤੋਂ ਬਾਅਦ ਜਿਹੜਾ ਸਵਾਲ ਸੀਗਾ ਉਹ ਕੁਇਟ ਕਰ ਗਈ ਸੀਗੀ। ਹਾਂਜੀ, ਔਰ ਮੈਨੂੰ ਇਸ ਗੱਲ ਦੀ ਬੜੀ ਹੋਈ, ਉਹ ਦੂਸਰੀ ਸਾਈਡ ਤੇ ਵੀ ਦੇਖਣਾ ਚਾਹੁੰਦੀ ਸੀ ਵੀ ਆਹ ਹੋ ਸਕਦਾ, ਆਹ ਹੋ ਸਕਦਾ, ਪਰ ਮੈਂ ਕਿਹਾ ਵੀ ਕਿਤੇ ਦੂਏ ਪਾਸੇ ਨਾ ਕਹਿ ਦੇਵੇ ਤਾਂ ਇਹਦੇ ਪੈਸੇ ਵੀ ਜਾਂਦੇ ਰਹਿਣ। ਪਰ ਉਹਦਾ ਦੇਖੋ ਵੀ ਬੜਾ ਇਸ ਗੱਲ ਦੀ ਖੁਸ਼ੀ ਹੈ ਕਿ 7 ਕਰੋੜ ਦੇ ਸਵਾਲ ਤੱਕ ਇਹ ਆ ਕਿ ਉਹਨੇ ਮਤਲਬ ਨਹੀਂ ਪਹੁੰਚੀ ਆ, ਪਰ 1 ਕਰੋੜ ਇੱਕ ਥੀਸਿਸ ਜਿਹੜਾ ਸੀ ਬਾਬਾ ਸਾਹਿਬ ਦਾ ਨਾਂ ਉੱਥੇ ਤੱਕ ਗਿਆ ਹੈ ਨਹੀਂ। ਔਰ ਹੁਣ ਪਿਆਰੇ ਦਰਸ਼ਕੋ, ਅਸੀਂ ਇੱਕ ਗੱਲ ਜ਼ਰੂਰ ਕਹਿਣੀ ਆ ਕਿ ਮੌਜੂਦਾ ਗਵਰਨਮੈਂਟ ਬਾਰੇ ਗੱਲ ਕਰਨੀ ਆ, ਕਿਉਂਕਿ ਟਾਈਮ ਬਹੁਤ ਥੋੜ੍ਹਾ ਰਹਿ ਗਿਆ। ਅਸੀਂ ਇਹ ਗੱਲ ਸ਼ੁਰੂ ਕਰ ਰਹੇ ਹਾਂ, ਪਰ ਇਹਦੇ ਵਿੱਚ ਅਸੀਂ ਬਹੁਤ ਵਿਸਤਾਰ ਦੇ ਨਾਲ ਅਗਲੇ ਪ੍ਰੋਗਰਾਮ ਕਰਾਂਗੇ। ਆਉਣ ਵਾਲੇ ਪ੍ਰੋਗਰਾਮ ਜਿਹੜੇ ਆ ਬੜੇ ਵਿਸਤਾਰ ਨਾਲ ਕਰਾਂਗੇ। ਭਾਰਤ ਦੇ ਵਿੱਚ ਜੋ ਕੁਝ ਇਸ ਵੇਲੇ ਹੋ ਰਿਹਾ ਪਿਆਰੇ ਦਰਸ਼ਕੋ, ਔਰ ਪਿਛਲੀ ਵਾਰੀ ਵੀ ਮੈਂ ਥੋੜ੍ਹਾ ਜਿਹਾ ਮੈਂਸ਼ਨ ਕੀਤਾ ਸੀਗਾ ਕਿ ਜਿਹੜਾ ਇਹ ਆ ਕਿ ਰੇਨੀ ਸੀਜ਼ਨ ਦਾ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਚੱਲਿਆ ਸੀਗਾ, ਉਹਦੇ ਵਿੱਚ 2 ਗੱਲਾਂ ਦੀ ਇੱਕ ਹੋਈ ਕਿ ਅਪੋਜੀਸ਼ਨ 3 ਹਫ਼ਤੇ ਇਹ ਆ ਕਿ ਰਿਵੋਲਟ ਕਰਕੇ ਬਾਹਰ ਚਲੇ ਜਾਂਦੀ ਰਹੀ ਆ ਜਾਂ ਖੱਪ ਪੈਂਦੀ ਰਹੀ ਆ। ਔਰ ਖੱਪ ਦੇ ਦੌਰਾਨ ਇਹ ਆ ਕਿ ਜਿਹੜੀ ਮੌਜੂਦਾ ਗਵਰਨਮੈਂਟ ਹੈ ਉਹਨਾਂ ਨੇ ਬਹੁਤ ਕੁਝ ਪਾਸ ਕਰ ਲਿਆ, ਔਰ ਸਭ ਤੋਂ ਜ਼ਿਆਦਾ ਪਾਸ ਇਹ ਕੀਤਾ ਕਿ ਭਾਰਤ ਨੂੰ ਕਿਸ ਤਰ੍ਹਾਂ ਵੇਚਣਾ। ਬਿਲਕੁਲ। ਔਰ ਭਾਰਤ ਦਾ ਸਰਮਾਇਆ ਜਿਹੜਾ ਹੈਗਾ ਉਹ ਅਮੀਰ ਲੋਕਾਂ ਦੇ ਹੱਥ ਕਿਸ ਤਰ੍ਹਾਂ ਦੇਣਾ। ਪਿਆਰੇ ਦਰਸ਼ਕੋ, ਅਸੀਂ ਦਿਖਾ ਰਹੇ ਹਾਂ ਕੁਝ ਤਸਵੀਰਾਂ ਜਿਹੜੀਆਂ ਭਾਰਤ ਦੇ ਵਿੱਚ ਪਾਰਲੀਮੈਂਟ ਨੇ ਪਾਸ ਕਰ ਲਈਆਂ ਕਿ ਉਹਨਾਂ ਨੇ ਅਮੀਰਾਂ ਨੂੰ ਵੇਚਣੀਆਂ, ਔਰ ਵੇਚਣੀਆਂ ਵੀ ਉਹਨਾਂ ਨੂੰ ਆ ਕਿ ਜਿਹੜੇ ਉਹਨਾਂ ਦੇ ਸਖੇ ਸਹੇਲੇ ਆ। ਬਿਲਕੁਲ। ਹਾਂਜੀ, ਉਹਨਾਂ ਦੇ ਜਿਹੜੇ ਭਾਈਬੰਦ ਹੈਗੇ ਆ। ਔਰ ਇਹ ਆ ਕਿ ਇਹਨੂੰ ਕਹਿੰਦੇ ਆ ਕਿ ਅੰਗਰੇਜ਼ੀ ਦੇ ਵਿੱਚ ਪ੍ਰਾਈਵੇਟਾਈਜੇਸ਼ਨ, ਵੇਚਣਾ। ਜਿਹੜੇ ਬੜੇ ਬੜੇ ਅਦਾਰੇ ਹੈਗੇ ਉਹ ਵੇਚਣੇ। ਇਸ ਮੁਲਕ ਦੇ ਵਿੱਚ ਵੀ ਕਿਸੇ ਟਾਈਮ 'ਤੇ ਇਹ ਆ ਕਿ ਮਾਰਗਰੇਟ ਥੈਚਰ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੇਚੀਆਂ ਸੀਗੀਆਂ। ਗੈਸ ਵੇਚੀ, ਬਿਜਲੀ ਵੇਚੀ, ਸਟੀਲ ਵੇਚਿਆ, ਪਾਣੀ ਵੇਚਿਆ। ਔਰ ਇਹੋ ਜਿਹੀਆਂ ਜਿਹੜੇ ਮੁਲਕ ਦੇ ਅਦਾਰੇ ਸੀਗੇ ਉਹ ਘਾਟਾ ਦਿਖਾ ਕੇ ਕੌਡਾਂ ਦੇ ਭਾਅ ਜਿਹੜੇ ਆਪਣੇ ਜਿਹੜੇ ਸੀਗੇ ਹਮਾਇਤੀ ਪਿੱਠੂ ਉਹਨਾਂ ਨੂੰ ਵੇਚਿਆ। ਔਰ ਇਹੋ ਹੀ ਗੱਲ ਜਿਹੜੀ ਹੁਣ ਦਵਿੰਦਰ ਜੀ ਹੋ ਰਹੀ ਆ ਭਾਰਤ ਦੇ ਵਿੱਚ। ਆਹ ਦੇਖੋ, ਬੜੇ ਬੜੇ ਅਦਾਰੇ ਜਿਹੜੇ ਹੈਗੇ ਆ,
बिजली होया, एजुकेशन होया और सड़कां होईयां, जिहड़े हाईवेज होए, सिग्नल टावर्स होए और एयरपोर्ट होगा, एयरपोर्ट होईयां और रेलवे होया और बिजली सप्लाई होई, टैलीकम्युनिकेशन होया, गैस पाइपां होईयां और FCI होया और जिहड़ा फूड कोऑपरेशन हैगा उहनूं भी बेचिया। फूड कोऑपरेशन ऑफ इंडिया बेचण दे नाल जिहड़ा इसले किसानां दा चलदा प्यारे दर्शको जदोजहद, ਉਹਦੇ बारे तुहानूं दस्सां कि फूड कोऑपरेशन और किसानां दे जदोजहद दे विच की लिंक हैगा और कोई अदारा जिहड़ा बड़ा हैगा ਉਹ अनटच नहीं कीता। तुसीं ਇਹਦੇ ते कुछ कहना? देखो जी सारा कुछ ਜਦੋਂ ਤੁਸੀਂ ਮੈਂਸ਼ਨ ਕੀਤਾ ਉਹਨੇ ਵੇਚਣਾ ਸ਼ੁਰੂ ਕਰ ਦਿੱਤਾ ਹੈਗਾ। ਜਿਹੜੀਆਂ ਸੜਕਾਂ ਵੀ ਸੜਕਾਂ ਵੇਚ ਦਿੱਤੀਆਂ, ਯੂ ਨੋ 1.6 ਲੱਖ ਕਰੋੜ ਦੇ ਵਿੱਚ 26,700 ਕਿਲੋਮੀਟਰ ਨੈਸ਼ਨਲ ਹਾਈਵੇ ਜਿਹੜਾ ਉਹ ਵੇਚਿਆ ਹੈ। ਦੇਖੋ मतलब कहने तो लीज से दिता है, मतलब कहते इन्ने साल लीज से देता तो मगरों की बनना मगरों पता नहीं लगता। यू नो फिर रेलवे जी हैगी आ, रेलवे बेची आ 1.5 लाख करोड़, ठीक है, एक मतलब 1.5 लाख करोड़ दी मतलब रेलवे च बेची आ। 400 स्टेशन आ जी जी, 150 ट्रेन आ जी, फिर नाल रेलवे ट्रैक आ। और देखो सब तो बड़ा जिहड़ा इंडिया दे विच मतलब सब तो बड़ी जिथे रोजगार हैगा ਉਹ ਮਤਲਬ ਰੇਲਵੇ 'ਚ ਆ। ਮੈਂ ਇੱਥੇ ਰੋਕਾਂ ਜੀ। ਦੇਖੋ ਪਿਆਰੇ ਦਰਸ਼ਕੋ, ਇਸ ਵੇਲੇ ਜਿਹੜੇ ਇੰਡੀਆ ਦੇ ਰੇਲਵੇ ਦੇ EMPLOYEES ਹੈਗੇ ਆ ਉਹ 12.5 ਲੱਖ ਪੌਣੇ 13 ਲੱਖ EMPLOYEES ਹੈ ਜੀ। ਕਿਸੇ ਟਾਈਮ ਤੇ 20 ਲੱਖ EMPLOYEE ਹੁੰਦੇ ਸੀਗੇ ਰੇਲਵੇ ਦੇ ਵਿੱਚ, ਇਸ ਵੇਲੇ ਇਹਨਾਂ ਨੇ ਘਟਾ ਕੇ 12-13 ਲੱਖ ਕਰ ਦਿੱਤੇ ਔਰ ਉਹਦੀ ਜਿਹੜੀ ਹੈਗੀ ਆ ਇਨਕਮ ਹੈਗੀ ਆ सारा कुछ दे के, टैक्स दे के, जो कुछ भी खर्चे कट के 6,000 करोड़ इन्होंने सालाना इनकम है, इनकम आती है। हाँ जी, तुसी हाँ बस वही है ना, इनकम आती है फिर भी बेची जाते हैं, फिर भी बेची जाते हैं, इनकम जितों इनकम हो रही है, जो प्रॉफिट दे रही हैं कंपनियां वो बेच रही हैं। तो तुहानूं पता करके इन्होंने कई जिहड़े महकमे हैगे जिद्दां क्लीनिक दा हैगा, यूनीवर्सिटियां दे विच हैगे, हस्पतालों दे हैगे आ, वो ठेके ते देते अगे बंदे EMPLOYEE डायरैक्ट कीते हुंदे सी, सफाई कर्मचारी जिहड़े आ ਹੁਣ ਉਹਨਾਂ ਨੇ ਠੇਕੇ ਤੇ ਦਿੱਤੇ। ਉਹ ਜਿੱਥੇ ਉਹਨਾਂ ਨੂੰ 15-20 ਹਜ਼ਾਰ ਪਾਉਂਡ ਮਿਲਦਾ ਸੀ, ਰੁਪਈਆ ਮਿਲਦਾ ਸੀਗਾ, ਹੁਣ 5-7 ਹਜ਼ਾਰ ਰੁਪਈਏ ਦੇ ਉੱਤੇ ਉਹ ਉਹਨੂੰ ਕੰਮ ਕਰਨ ਵਾਸਤੇ ਮਜਬੂਰ ਹੋਏ ਆ। ਮੈਂ ਇੱਕ ਗੱਲ ਇੱਥੇ ਅੱਗੇ ਚੱਲਣ ਤੋਂ ਜ਼ਰੂਰ ਕਹਿਣੀ ਚਾਹੁੰਦਾ, ਪਿਆਰੇ ਦਰਸ਼ਕੋ, ਤੁਸੀਂ ਇੱਕ ਦੁਕਾਨ ਲੈਂਦੇ ਆ ਔਰ ਉਹ ਦੁਕਾਨ ਤੁਸੀਂ ਲੈਂਦੇ ਆ ਮੁਨਾਫੇ ਲਈ। ਜੇ ਤਾਂ ਉਹ ਮੁਨਾਫਾ ਦਿੰਦੀ ਆ, ਤੁਹਾਡੀ ਰੋਟੀ ਪਾਣੀ ਚੱਲਦੀ ਹੈ ਤਾਂ ਤੁਸੀਂ ਉਹਨੂੰ ਚਲਾਈ ਰੱਖਣਾ। ਜੇ ਉਹ ਘਾਟੇ 'ਚ ਜਾਂਦੀ ਆ ਤਾਂ ਫਿਰ ਤੁਸੀਂ ਉਹਨੂੰ ਵੇਚਣਾ ਜੀ। ਘਾਟੇ 'ਚ ਤਾਂ ਜਾਏਗੀ, ਮੁਨਾਫੇ 'ਚ ਕਿਉਂ ਨਹੀਂ ਜਾਏਗੀ? ਇਹ ਹੁੰਦੀ ਆ ਬਿਜ਼ਨਸ ਦੀ ਮੈਨੇਜਮੈਂਟ। ਜੇ ਤੁਸੀਂ ਉਹ ਬਿਜ਼ਨਸ ਨੂੰ ਸਹੀ ਤਰੀਕੇ ਨਾਲ ਚਲਾ ਸਕਦੇ ਆ ਤਾਂ ਉਹ ਘਾਟੇ 'ਚ ਨਹੀਂ ਜਾ ਸਕਦੀ, ਤੁਹਾਨੂੰ ਵੇਚਣ ਦੀ ਜ਼ਰੂਰਤ ਨਹੀਂ ਪੈਂਦੀ। ਭਾਰਤ ਦੇ ਵਿੱਚ ਵੀ ਇਹੋ ਹੋਇਆ ਕਿ ਗੌਰਮੈਂਟ ਵੀ ਇੱਕ ਇਹੋ ਜਿਹੀ ਆ ਦੁਕਾਨ ਹੈ, ਬਿਜ਼ਨਸ ਹੈ। ਜੇਕਰ ਤੁਸੀਂ ਉਹ ਗੌਰਮੈਂਟ ਦਾ ਜਿਹੜਾ ਬਿਜ਼ਨਸ ਹੈ ਉਹਨੂੰ ਪ੍ਰੋਪਰਲੀ ਨਹੀਂ ਚਲਾ ਸਕਦੇ, ਉਹਦੇ ਡਿਪਾਰਟਮੈਂਟ ਪ੍ਰੋਪਰਲੀ ਨਹੀਂ ਚਲਾ ਸਕਦੇ, ਤਾਂ ਫਿਰ ਤੁਹਾਨੂੰ ਇਹ ਹੈ ਕਿ ਉਹ ਘਾਟੇ 'ਚ ਜਾਓਗੇ ਜੀ। ਫਿਰ ਉਹ ਘਾਟੇ 'ਚ ਜਾਂ ਤਾਂ ਉਹ ਡਿਲੀਬਰੇਟਲੀ ਲਿਜਾਂਦੇ ਆ ਕਿ ਉਹਦੀ ਕੀਮਤ ਜਿਹੜੀ ਆ ਆਊਟ ਟਰਨ ਇੰਨੀ ਘੱਟ ਕਰ ਦਈਏ ਕਿ ਉਹਨੂੰ ਕੌਡੀਆਂ ਦੇ ਭਾਅ ਆਪਣੇ ਸਕੇ ਸੰਬੰਧੀਆਂ ਨੂੰ ਵੇਚੀਏ। ਇੱਕ ਇਹ ਵੀ ਪਾਲਿਸੀ ਆ ਬਿਲਕੁਲ। ਔਰ ਜਿਹੜੀ ਮੈਂ ਗੱਲ ਦੱਸਦਾ, ਦੂਸਰੀ ਇਹ ਹੈਗੀ ਆ ਕਿ ਜਿਹੜਾ ਬਜਟ ਹੁੰਦਾ ਡਿਫੀਸਿਟ ਦੇ ਵਿੱਚ ਜਾਂਦਾ, ਉਹ ਉਸੇ 'ਤੇ ਹੀ ਜਾਂਦਾ ਗੌਰਮੈਂਟ ਦਾ, ਕਿ ਗੌਰਮੈਂਟ ਦੇ ਵਿੱਚ ਇਨਐਬਿਲਿਟੀ ਆ ਆਪਣਾ ਜਿਹੜਾ ਡਿਫੀਸਿਟ ਹੈਗਾ ਬਜਟ ਦਾ, ਗੌਰਮੈਂਟ ਦੀ ਜਿਹੜੀ ਹੈ ਉਹਦੇ ਵਿੱਚ ਖੂਬੀਆਂ ਨਹੀਂ ਇੰਨੀਆਂ ਕਿ ਉਹ ਬਜਟ ਨੂੰ ਮੈਨੇਜ ਕਰ ਸਕੇ। ਪ੍ਰੋਫਿਟ ਕਿੱਥੋਂ ਬਣਾਉਣਾ ਔਰ ਗੌਰਮੈਂਟ ਕਿਸ ਤਰ੍ਹਾਂ ਚਲਾਉਣਾ, ਔਰ ਉਹਦੇ ਵਿੱਚ ਉਹ ਖਾਮੀਆਂ ਹੁੰਦੀਆਂ ਜਿਸ ਕਰਕੇ ਉਹ ਡਿਫੀਸਿਟ ਗੌਰਮੈਂਟ ਦਾ ਹੁੰਦਾ, ਤਾਂ ਉਹਨਾਂ ਨੂੰ ਵਰਲਡ ਬੈਂਕ ਤੋਂ ਲੋਨ ਲੈਣਾ ਪੈਂਦਾ, ਉਹਦਾ ਫਿਰ ਵਿਆਜ ਵੀ ਦੇਣਾ ਪੈਂਦਾ। ਇੱਕ ਇਹ ਤਰੀਕਾ ਹੈਗਾ। ਔਰ ਦੂਸਰੀ ਗੱਲ ਮੈਂ ਜਿਹੜੀ ਉਹ ਕਹੀ ਆ, ਕਿਉਂ ਵੇਚਦੇ ਹੈਗੇ ਆ ਕਿ ਉਹ
ਕੌਡੀਆਂ ਦੇ ਭਾਅ ਉਹਨੂੰ ਕਰਕੇ ਕਿ ਘਾਟੇ 'ਚ ਜਾ ਰਿਹਾ, ਔਰ ਫਿਰ ਉਹ ਆਪਣੇ ਹਮਾਇਤੀਆਂ ਨੂੰ ਵੇਚਦੇ। ਇੱਕ ਉਹਨਾਂ ਦੇ ਵੈਸਟਡ ਇੰਟਰਸਟ ਹੁੰਦੇ ਆ ਜਿਨ੍ਹਾਂ ਨੂੰ ਉਹ ਕਹਿੰਦੇ ਆ। ਹਾਂਜੀ, ਸੋ ਇਹ ਜਿਹੜੀ ਗੱਲ ਜ਼ਰੂਰੀ ਹੈ। ਜਿਹੜੇ ਟ੍ਰੇਨਰ ਦੀ ਆਪਾਂ ਗੱਲ ਕਰਦੇ ਹਾਂ, ਤੁਹਾਨੂੰ ਪਤਾ ਲਾਲੂ ਪ੍ਰਸਾਦ ਯਾਦਵ, ਲਾਲੂ ਯਾਦਵ, ਉਹ ਇੱਕ ਵਾਰੀ ਰੇਲਵੇ ਮਿਨਿਸਟਰ ਬਣਿਆ। ਔਰ ਜਦੋਂ ਰੇਲਵੇ ਮਿਨਿਸਟਰ ਬਣੇ, ਪਹਿਲਾਂ ਉਹੀ ਰੇਲਵੇ ਸੀ ਜਿਹੜੀ ਘਾਟੇ ਜਾਂਦੀ ਹੁੰਦੀ ਸੀ ਜੀ, ਔਰ ਉਹ ਜਦੋਂ ਉਹ ਰੇਲਵੇ ਮਿਨਿਸਟਰ ਬਣੇ ਉਹੀ ਚੀਜ਼ ਪ੍ਰੋਫਿਟ ਦੇਣ ਲੱਗ ਪਈ। ਸਵੇਰੇ ਤੜਕੇ ਉੱਠ ਕੇ ਰੇਲਵੇ ਸਟੇਸ਼ਨਾਂ ਦਾ ਦੌਰਾ ਕਰਦਾ ਸੀ, ਮਤਲਬ ਉਹਨੂੰ ਕਹਿੰਦੇ ਮੈਨੇਜਮੈਂਟ। ਉਹ ਕਹਿੰਦਾ ਸੀਗਾ ਵੀ ਕਿਹੜਾ ਲੇਟ ਆਇਆ। ਤੁਸੀਂ ਟੈਲੀਵਿਜ਼ਨ ਤੇ ਦੇਖਿਆ ਹੋਣਾ ਪਿਆਰੇ ਦਰਸ਼ਕੋ, ਜਿਹੜੇ ਲਾਲੂ ਪ੍ਰਸਾਦ ਸੀਗਾ, ਸੌਰੀ ਦਵਿੰਦਰ ਜੀ, ਉਹ ਜਾ ਕੇ ਰੇਲਵੇ ਸਟੇਸ਼ਨ ਤੇ EMPLOYEES ਦੀ ਵੇਟ ਕਰਦਾ ਸੀਗਾ। ਉਹਨਾਂ ਦੀ 8 ਵਜੇ ਦੀ ਜੇ ਡਿਊਟੀ ਆ, ਤਾਂ ਜੇ ਉਹ 8:30 ਆਉਂਦੇ ਸੀਗੇ, ਉਹਨਾਂ ਨੂੰ ਕਹਿੰਦਾ ਕਿ ਇਹਨੇ ਛੁੱਟੀ ਕਰ ਦਿਓ। ਹਾਂਜੀ, ਟੈਲੀਵਿਜ਼ਨ ਤੇ ਦਿਖਾ ਲਿਆ, ਔਰ ਉਹ ਫੁੱਲ ਟਾਈਮ ਪੂਰੇ ਟਾਈਮ ਨਾਲ ਆ ਕੇ ਪੂਰਾ ਕੰਮ ਕਰਨ ਲੱਗੇ। ਸੌਰੀ ਹਾਂਜੀ। ਸੋ ਜਿਹੜੀ ਹੈਗੀ ਬਿਜਲੀ ਵੀ ਵੇਚ ਦਿੱਤੀ ਆ, ਯਾਨੀ 6000 ਮੈਗਾਵਾਟ ਜਿਹੜੀ ਹੈਗੀ ਆ ਉਹ ਇਹਨਾਂ ਨੇ ਮਤਲਬ ਵੇਚੀ ਹੈਗੀ। ਫਿਰ ਨੈਸ਼ਨਲ ਗੈਸ ਪਾਈਪਲਾਈਨ, 8000 ਕਿਲੋਮੀਟਰ ਪਾਈਪਲਾਈਨ ਆ, ਬਿਲਕੁਲ ਹਾਂਜੀ, ਉਹਨੂੰ ਵੀ ਪ੍ਰਾਈਵੇਟ ਕਰ ਦਿੱਤਾ। ਫਿਰ ਪੈਟਰੋਲੀਅਮ ਪਾਈਪਲਾਈਨ 4000 ਕਿਲੋਮੀਟਰ ਉਹ ਹੈਗੀ, ਉਹ ਵੀ ਮਤਲਬ ਇਹਨਾਂ ਨੇ ਜਿਹੜੀ ਹੈਗੀ ਵੇਚ ਦਿੱਤੀ ਆ। ਦੇਖੋ ਜਿੱਦਾਂ ਤਸਵੀਰਾਂ ਹੈਗੀਆਂ ਸਾਰੀਆਂ ਚੀਜ਼ਾਂ। ਫਿਰ ਜਿਹੜਾ ਸਟੇਡੀਅਮ, ਦੋ ਨੈਸ਼ਨਲ ਸਟੇਡੀਅਮ ਵੀ ਵੇਚ ਦਿੱਤੇ ਹੈਗੇ। 에ਅਰਪੋਰਟ ਵੇਚੇ ਹੈਗੇ ਆ। ਹਾਂਜੀ, ਮਤਲਬ 에ਅਰਪੋਰਟ ਜਿਹੜੇ ਆ 21000 ਕਰੋੜ ਦੇ ਵਿੱਚ 25 에ਅਰਪੋਰਟ ਵੇਚ ਦਿੱਤੇ ਆ। ਦੱਸੋ ਨਾ। ਔਰ ਜਿਹੜੇ ਪੋਰਟਸ਼ਿਪ ਜਿਹੜੇ ਆ ਬੰਦਰਗਾਹਾਂ, ਉਹ 13000 ਕਰੋੜ ਦੇ ਵਿੱਚ 9 ਜਿਹੜੀਆਂ ਬੰਦਰਗਾਹਾਂ, 9 ਜਿਹੜੇ ਪੋਰਟ ਸੀ ਪੋਰਟ ਹੈਗੇ ਆ, ਉਹ ਵੇਚ ਦਿੱਤੇ ਹੈਗੇ। ਫਿਰ ਤੁਹਾਨੂੰ ਪਤਾ ਜਿਹੜਾ FCI ਤੁਸੀਂ ਕਿਹਾ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਜਿੱਥੋਂ ਮਾਲ ਸਟੋਰ ਕਰਦੀ ਆ ਸਰਕਾਰ, ਉਹ ਵੀ ਪ੍ਰਾਈਵੇਟ ਦੇਈ ਜਾਂਦੇ ਹੈਗੇ। ਹਾਂਜੀ ਹਾਂਜੀ, ਉਹ ਕਰ ਰਹੇ ਵਿੰਗੇ ਸਿੱਧੇ ਤਰੀਕੇ ਨਾਲ। ਉਹ ਐਕਚੁਅਲੀ ਉਹ ਪਹਿਲਾਂ ਵੀ ਘੱਟ ਆ, ਚਾਹੀਦਾ ਗੌਰਮੈਂਟ ਦੀ ਇੰਨੇ ਗੌਰਮੈਂਟ ਕੋਲ ਹੋਣੇ ਚਾਹੀਦਾ ਕਿ ਇਹਨਾਂ ਪੂਰੇ ਕਿਸਾਨਾਂ ਦੀ ਜਿਹੜੀ ਹੈਗੀ ਆ ਪੈਦਾਵਾਰ ਉਹਨੂੰ ਸੁਰੱਖਿਅਤ ਰੱਖਿਆ ਜਾਵੇ। ਇਹਦੇ ਤੇ ਆਪਾਂ FCI ਤੇ ਅਗਲੇ ਪ੍ਰੋਗਰਾਮ 'ਚ ਡਿਟੇਲ 'ਚ ਗੱਲ ਕਰਾਂਗੇ। ਹਾਂਜੀ ਜੀ ਜੀ, ਹਾਂ। ਤੇ ਇਸ ਤਰੀਕੇ ਨਾਲ ਫਿਰ ਜਿਹੜਾ ਟੈਲੀਕਾਮ, ਜਿਹੜੇ ਟਾਵਰ ਵੱਡੇ ਵੱਡੇ, ਉਹ ਵੀ ਵੇਚ ਦਿੱਤੇ ਹੈਗੇ ਸਾਰੇ ਜੀ। ਮਤਲਬ ਹੁਣ ਜਦੋਂ ਸਾਰਾ ਕੁਝ ਵੇਚੀ ਜਾਂਦੇ ਹੈਗੇ ਤਾਂ ਜਿਹੜੀ EMPLOYMENT ਆ ਉਹ ਕਿੱਥੋਂ ਆਉਣੀ ਆ? ਦੇਖੋ EMPLOYMENT ਜਿਹੜੀ ਆ, ਮੈਂ ਇਹਦੇ ਤੇ ਤੁਹਾਨੂੰ ਇੱਕ ਗੱਲ ਦੱਸਾਂ ਜੀ ਪਿਆਰੇ ਦਰਸ਼ਕੋ, 1 ਮਾਰਚ 19 ਨੂੰ ਗੌਰਮੈਂਟ ਦੇ ਜਿਹੜੇ EMPLOYEE ਸੀਗੇ ਉਹ 32 ਲੱਖ ਸੀਗੇ। 32 ਲੱਖ ਜੀ ਸੈਂਟਰ ਗਵਰਨਮੈਂਟ ਦੇ, ਔਰ ਉਹਨਾਂ ਦੇ ਵਿੱਚ ਰਿਜ਼ਰਵੇਸ਼ਨ ਦੇ ਹਿਸਾਬ ਦੇ ਨਾਲ ਅੱਧੀ ਰਿਜ਼ਰਵੇਸ਼ਨ ਜੀ 16 ਲੱਖ ਜਿਹੜੀ ਰਿਜ਼ਰਵੇਸ਼ਨ ਆਉਂਦੀ ਆ, ਉਹ ਪੂਰੀ ਕੀਤੀ ਜਾਂ ਨਹੀਂ ਕੀਤੀ ਉਹ ਇੱਕ ਡਿਫਰੈਂਟ ਕੁਐਸਚਨ ਹੈ ਜੀ। 32 ਲੱਖ ਦੇ ਵਿੱਚੋਂ ਜਿਹੜੀ ਆ ਰਿਜ਼ਰਵੇਸ਼ਨ ਹੈ ਉਹ 16 ਲੱਖ ਦੀ ਹੋਣੀ ਆ ਜੀ, ਜਿਸ ਲਈ ਉਹ ਪ੍ਰਾਈਵੇਟ ਕਰ ਦਿੱਤੇ ਅਦਾਰੇ, ਉੱਥੇ ਰਿਜ਼ਰਵੇਸ਼ਨ ਨਹੀਂ ਰਹਿਣੀ, ਨਹੀਂ ਹੋਣੀ। ਬਿਲਕੁਲ ਹੈ ਜੀ, ਇਹਦੇ ਤੇ ਫੇਰ ਗੱਲ ਕਰਾਂਗੇ। ਹਾਂਜੀ ਚਲੋ, ਹਾਂ ਸੌਰੀ। ਦੇਖੋ ਜਦ ਰਿਜ਼ਰਵੇਸ਼ਨ, ਹੁਣ ਦੇਖੋ ਜਿਹੜੀ ਰਿਜ਼ਰਵੇਸ਼ਨ ਖਤਮ ਕਰੀ ਜਾਂਦੇ ਆ, ਪਹਿਲੀ ਗੱਲ ਤਾਂ ਜਿਹੜੇ ਪ੍ਰਾਈਵੇਟਾਈਜ਼ ਕਰਦੇ ਹੈਗੇ ਆ ਜੀ, ਅਦਾਰੇ ਵੇਚੀ ਜਾਂਦੇ ਆ ਕਰਕੇ, ਇਹ ਸਰਕਾਰ ਦੇ ਨਹੀਂ ਹੈ, ਇਹ ਲੋਕਾਂ ਦੇ ਆ। ਲੋਕਾਂ ਦੇ ਜਿਹੜੀ ਚੀਜ਼ ਸਰਕਾਰ ਦੀ ਆ ਉਹ ਲੋਕਾਂ ਦੀ ਆ। ਅਸੀਂ ਟੈਕਸ ਦਿੰਦੇ, ਲੋਕੀ ਟੈਕਸ ਦਿੰਦੇ ਆ। ਆਮ ਲੋਕੀ ਕਈ ਵਾਰੀ ਸੋਚਦੇ ਵੀ ਅਸੀਂ ਕਿਹੜੇ ਅਮੀਰ ਆ, ਅਸੀਂ ਤਾਂ ਟੈਕਸ ਦਿੰਦੇ ਨਹੀਂ। ਨਾ ਈਵਨ ਚਾਹ ਦੀ ਪੱਤੀ ਵੀ ਲੈਂਦੇ ਆ, ਮਾਚਿਸ ਵੀ ਖਰੀਦਦੇ, ਸਿਗਰਟ ਵੀ ਖਰੀਦਦੇ ਆ, ਉੱਤੇ ਵੀ ਟੈਕਸ ਲੱਗਦਾ। ਟ੍ਰੇਨ ਫੜਦੇ ਉੱਤੇ ਟੈਕਸ ਲੱਗਦਾ, ਬੱਸ ਫੜਦੇ ਉੱਤੇ ਟੈਕਸ ਲੱਗਦਾ। ਕਿਤੇ ਵੀ ਕੋਈ ਵੀ ਚੀਜ਼ ਖਰੀਦਦੇ ਆ ਉੱਤੇ ਟੈਕਸ ਪੇ ਕਰਦੇ। ਵੱਡਾ ਹਿੱਸਾ ਜਿਹੜਾ ਗਵਰਨਮੈਂਟ ਦੀ ਆਮਦਨ ਦਾ ਉਹ ਟੈਕਸ ਆ। ਇਸ ਮਹੀਨੇ ਪਿਛਲੇ ਅਗਸਤ ਦੇ ਵਿੱਚ 1.2 ਜੀ ਲੱਖ ਕਰੋੜ GST ਦੀ ਆਮਦਨ ਹੋਈ ਆ ਗਵਰਨਮੈਂਟ ਨੂੰ। 1.2 ਲੱਖ ਕਰੋੜ ਹੈ ਜੀ। ਸੋ ਟਾਈਮ ਆਪਾਂ ਕੋਲ ਥੋੜਾ ਰਹਿ ਗਿਆ। ਸੋ ਇਹ ਜਿਹੜੇ ਪ੍ਰਾਈਵੇਟਾਈਜੇਸ਼ਨ ਬੰਦ ਹੋਣੀ ਚਾਹੀਦੀ ਆ, ਔਰ ਜਿਹੜੀ ਰਿਜ਼ਰਵੇਸ਼ਨ ਹੈਗੀ ਆ ਕਰਕੇ ਜਿਹੜੀਆਂ ਜਿੰਨੀਆਂ ਵੀ ਇੰਡਸਟਰੀ ਹੈਗੀ ਆ, ਫੈਕਟਰੀਆਂ ਹੈਗੀਆਂ, ਜਾਂ ਜਿੰਨੇ ਵੀ ਅਦਾਰੇ ਹੈਗੇ ਜਿਹਨਾਂ ਨੂੰ ਪ੍ਰਾਈਵੇਟ ਕਰਦੇ ਆ ਜਾਂ ਪਹਿਲਾਂ ਪ੍ਰਾਈਵੇਟ ਹੋਏ ਹੋ ਆ ਜੀ, ਉਹ ਸਾਰੇ ਭਾਰਤ ਵਿੱਚ ਆ। ਬਿਲਕੁਲ ਬਿਲਕੁਲ, ਉਹ ਭਾਰਤ ਦੀ ਬਿਜਲੀ ਯੂਜ਼ ਕਰਦੇ, ਭਾਰਤ ਦਾ ਪਾਣੀ ਯੂਜ਼ ਕਰਦੇ ਆ, ਭਾਰਤ ਦੀ ਧਰਤੀ ਯੂਜ਼ ਕਰਦੇ ਆ, ਉਹ ਭਾਰਤ ਵਿੱਚ ਆਪਣਾ ਸਮਾਨ ਵੇਚਦੇ ਆ। ਬਿਲਕੁਲ ਬਿਲਕੁਲ, ਔਰ ਜਿਹੜੀਆਂ ਚੀਜ਼ਾਂ ਸਾਰਿਆਂ ਵਿੱਚ ਜਿਹੜੀ ਰਿਜ਼ਰਵੇਸ਼ਨ ਉਹ ਸਾਰਿਆਂ 'ਚ ਹੀ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਇਕੱਲੀ ਸਰਕਾਰੀ ਨੌਕਰੀਆਂ ਦੇ ਵਿੱਚ ਹੀ ਨਹੀਂ ਹੋਣੀ ਚਾਹੀਦੀ, ਉਹਨਾਂ ਵਿੱਚ ਵੀ ਚਾਹੀਦੀ ਆ, ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਭਾਰਤ ਦਾ ਹਿੱਸਾ ਹੀ ਆ, ਲੋਕਾਂ ਦਾ ਹਿੱਸਾ ਆ, ਲੋਕੀ ਉੱਥੇ ਕੰਮ ਕਰਦੇ ਆ। ਬਿਲਕੁਲ। ਸੋ ਪਿਆਰੇ ਦਰਸ਼ਕੋ, ਟਾਈਮ ਜਿਹੜਾ ਹੈਗਾ ਬਹੁਤ ਤੇਜ਼ੀ ਨਾਲ ਜਾ ਰਿਹਾ, ਟਾਈਮ ਬਹੁਤ ਤੇਜ਼ੀ ਨਾਲ ਜਾ ਰਿਹਾ, ਔਰ ਸਾਡੇ ਕੋਲ ਜਿਹੜਾ ਪ੍ਰੋਗਰਾਮ ਪੂਰਾ ਕਰਨ ਲਈ
3-4 ਪ੍ਰੋਗਰਾਮ ਚਾਹੀਦੇ। ਇਹ ਅਸੀਂ ਏਜੰਡਾ ਸੈੱਟ ਕੀਤਾ ਹੈਗਾ, ਇਹਦੇ ਤੇ ਇਕੱਲੇ ਇਸ਼ੂ ਦੇ ਉੱਤੇ ਗੱਲਬਾਤ ਕਰਾਂਗੇ। ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ। ਹੁਣ ਇਹ ਆ ਕਿ ਤਕਰੀਬਨ 20 ਸੈਕਿੰਡ ਰਹਿ ਗਏ ਹੈਗੇ ਆ। ਅਸੀਂ ਜਿਹਨਾਂ ਸਾਥੀਆਂ ਨੇ ਟੈਲੀਫੋਨ ਕਰਕੇ ਹਿੱਸਾ ਲਿਆ ਉਹਨਾਂ ਦੇ ਬੜੇ ਧੰਨਵਾਦੀ ਹਾਂ। ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ। ਅਗਲੇ ਪ੍ਰੋਗਰਾਮਾਂ ਦੇ ਵਿੱਚ ਬੜਾ ਦਿਲਚਸਪ ਪ੍ਰੋਗਰਾਮ ਲੈ ਕੇ ਅਸੀਂ ਪੇਸ਼ ਹੋਵਾਂਗੇ। ਸਾਡੇ ਦੋਹਾਂ ਵੱਲੋਂ ਨਮਸਕਾਰ, ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਥੈਂਕ ਯੂ ਵੈਰੀ ਮੱਚ ਫॉर ਸਾਡਾ ਸਾਥ ਦੇਣ ਦਾ। ਥੈਂਕ ਯੂ।